Hello, friends. Good morning, good evening, and good afternoon. ਅੱਜ ਮੈਂ ਫਿਰ ਇੱਕ ਵਾਰ ਲਾਈਵ ਹੋਇਆ ਹਾਂ ਅਤੇ ਜਿਵੇਂ ਤੁਹਾਨੂੰ ਪਹਿਲਾਂ ਵੀ ਪਤਾ ਹੀ ਹੈ, ਅਸੀਂ ਜਿਹੜੇ ਪੇਸ਼ੈਂਟ ਸੀ ਬੇਸਿਕਲੀ ਜੋ ਸਾਨੂੰ ਕੁਐਸਚਨ ਪੁੱਛਦੇ ਹੈ ਉਹਨਾਂ ਟੌਪਿਕਸ 'ਤੇ ਹੀ ਲਾਈਵ ਹੁੰਦੇ ਹਾਂ। ਅੱਜ ਦਾ ਜਿਹੜਾ ਟੌਪਿਕ ਹੈ ਇਹ ਬੜਾ ਹੀ ਇਨਫੈਕਟ ਕਾਮਨਲੀ ਆਸਕ ਟੌਪਿਕ ਹੈ। ਪੇਸ਼ੈਂਟ ਹਮੇਸ਼ਾ ਸਵਾਲ ਪੁੱਛਦੇ ਵੀ ਡਾਕਟਰ ਸਾਹਿਬ ਤੁਸੀਂ ਕਿਹੜੇ ਆਪਰੇਸ਼ਨ ਕਰਦੇ ਹੋ, ਲੇਜ਼ਰ ਸਰਜਰੀ ਕੀ ਹੁੰਦੀ ਹੈ, ਐਂਡੋਸਕੋਪਿਕ ਸਰਜਰੀ ਕੀ ਹੁੰਦੀ ਹੈ, ਸਟਿਚਲੈਸ ਸਰਜਰੀ ਕੀ ਹੁੰਦੀ ਹੈ, ਇਹਨਾਂ ਦੀ ਕੋਈ ਕੰਪਲੀਕੇਸ਼ਨ ਵੀ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ। ਇਹ ਜਿਹੜਾ ਅੱਜ ਦਾ ਮੇਨ ਟੌਪਿਕ ਹੈ ਅਤੇ ਲਗਭਗ ਡੇਲੀ ਹੀ ਸਾਨੂੰ ਫੋਨ ਆਉਂਦਾ ਹੈ ਜਾਂ ਈਵਨ OPD 'ਚ ਵੀ ਪੇਸ਼ੈਂਟ ਡੇਲੀ ਆਉਂਦੇ ਹਨ ਜਿਹੜੇ ਬੜੇ ਕਨਫਿਊਜ਼ ਹੁੰਦੇ ਆ। ਦੋ ਤਿੰਨ ਮਿਸਕਨਸੈਪਸ਼ਨ ਵੀ ਲੋਕਾਂ ਦੀਆਂ ਹੈਗੀਆਂ। ਪਹਿਲੀ ਮਿਸਕਨਸੈਪਸ਼ਨ ਤਾਂ ਇਹ ਹੈ ਵੀ ਜਿਹੜਾ ਲੋਕਾਂ ਨੂੰ ਇਹ ਲੱਗਦਾ ਵੀ ਜਿਹੜੀ ਲੇਜ਼ਰ ਸਰਜਰੀ ਹੈ ਜਾਂ ਐਂਡੋਸਕੋਪਿਕ ਸਰਜਰੀ ਹੈ ਜਾਂ ਸਟਿਚਲੈਸ ਸਰਜਰੀ ਹੈ ਇਹ 100% ਸਕਸੈਸਫੁੱਲ ਹੈ ਅਤੇ ਇਹਦੀ ਕੋਈ ਕੰਪਲੀਕੇਸ਼ਨ ਨਹੀਂ ਹੈਗੀ। ਅਤੇ ਇਸ ਤਰ੍ਹਾਂ ਦੇ ਮੈਂ 3-4 ਇੰਸੀਡੈਂਸਿਸ ਵੀ ਤੁਹਾਡੇ ਨਾਲ ਡਿਸਕਸ ਕਰਨੇ ਚਾਹੁੰਦਾ। ਅਤੇ ਇੱਕ ਇੰਸੀਡੈਂਸ ਇਹ ਹੈ ਕਿ ਇੱਕ ਪੇਸ਼ੈਂਟ ਸਾਡੇ ਕੋਲ ਹੈਡ ਇੰਜਰੀ ਦਾ ਆਇਆ ਅਰਲੀ ਮੋਰਨਿੰਗ, ਅਤੇ ਅਸੀਂ ਉਹਨੂੰ ਨੋਰਮਲ ਜੋ ਉਹਦੇ ਕਲੌਟਸ ਸੀਗੇ ਅਸੀਂ ਨੋਰਮਲ ਕਨਿਓਟਮੀ ਉਹਨੂੰ ਐਡਵਾਈਸ ਕੀਤੀ। ਫਿਰ ਸਡਨਲੀ ਉਹਦਾ ਇੱਕ ਰਿਸ਼ਤੇਦਾਰ ਅਪੀਅਰ ਹੋਇਆ ਜਿਹੜਾ ਕਹਿੰਦਾ ਡਾਕਟਰ ਸਾਹਿਬ ਇੱਦਾਂ ਕਰੋ ਵੀ ਬਿਨਾਂ ਚੀਰਾ ਲਾਏ ਨਾ ਲੇਜ਼ਰ ਨਾਲ ਕਲੌਟ ਕੱਢ ਦਿਓ। ਤੋ ਜਿਵੇਂ ਕਹਾਵਤ ਹੈ ਪੰਜਾਬੀ 'ਚ ਕਹਿੰਦੇ ਵੀ ਕੁੱਜੇ 'ਚ ਹਾਥੀ ਪਾ ਦਿਓ, ਮਤਲਬ ਐਡਾ ਵੱਡਾ ਹਾਥੀ ਹੁੰਦਾ ਉਹਨੂੰ ਕਿਸੇ ਛੋਟੇ ਜਿਹੇ ਪੋਟ 'ਚ ਪਾ ਦਿਓ। ਅਤੇ ਅਸੀਂ ਉਹਨੂੰ ਸਮਝਾਇਆ ਵੀ ਕੋਈ ਐਸੀ ਐਟਲੀਸਟ ਸਾਨੂੰ ਤਾਂ ਨਹੀਂ ਪਤਾ ਕੋਈ ਟੈਕਨੀਕ ਐਸੀ ਵੀ ਬਿਨਾਂ ਚੀਰਾ ਦਿੱਤੇ ਲੇਜ਼ਰ ਨਾਲ ਤੁਸੀਂ ਹੈਡ ਇੰਜਰੀ ਦੇ ਕਲੌਟਸ ਕੱਢ ਦਿਓ। ਅਤੇ ਉਹ ਕਹਿੰਦਾ ਨਹੀਂ ਡਾਕਟਰ ਸਾਹਿਬ ਵੀ ਅਸੀਂ ਤਾਂ ਲੇਜ਼ਰ ਨਾਲ ਬਿਨਾਂ ਚੀਰਾ ਦਿੱਤੇ ਹੀ ਕਲੌਟਸ ਕਢਵਾਉਂਦੇ ਹਾਂ। ਤਾਂ ਅਸੀਂ ਉਹਨੂੰ ਸਕੈਨ ਦਿੱਤਾ ਸੀਗਾ ਭਾਈ ਤੂੰ ਬਾਕੀ ਜਗ੍ਹਾ ਪਤਾ ਕਰ ਲਏ। ਉਹ ਪੂਰਾ ਦਿਨ ਘੁੰਮਦਾ ਰਿਹਾ। ਓਬਵੀਅਸਲੀ ਜਦੋਂ ਐਸੀ ਕੋਈ ਟੈਕਨੀਕ ਐਗਜ਼ਿਸਟ ਹੀ ਨਹੀਂ ਕਰਦੀ ਤਾਂ ਕਿਹਨੇ ਕੱਢਣਾ ਸੀ। ਅਤੇ ਅਲਟੀਮੇਟਲੀ ਉਹਨੇ ਆ ਕੇ ਸਾਨੂੰ ਸ਼ਾਮ ਨੂੰ ਕੰਸੈਂਟ ਦਿੱਤਾ ਸਰਜਰੀ ਲਈ। ਹੈਡ ਇੰਜਰੀ ਦੇ ਵਿੱਚ ਇੱਕ ਮਿੰਟਸ ਆਈ ਹੁੰਦਾ ਅਤੇ ਉਹ ਬੰਦੇ ਨੇ ਪੂਰਾ ਦਿਨ ਵੇਸਟ ਕਰਤਾ। ਅਤੇ ਤੁਸੀਂ ਇੱਕ ਸੋਚਦੇ ਹੋ ਵੀ ਇਹ ਇਸ ਤਰ੍ਹਾਂ ਦੀ ਅਜੀਬੋ-ਗਰੀਬ ਇਹਨਾਂ ਨੂੰ ਇਨਫੋਰਮੇਸ਼ਨ ਕੌਣ ਦਿੰਦਾ ਹੈ ਜਾਂ ਕਿੱਥੋਂ ਖਿਆਲ ਆਉਂਦੇ ਆ। ਇੱਕ ਹੋਰ ਇਸ ਤਰ੍ਹਾਂ ਦੀ ਐਗਜ਼ਾਮਪਲ, ਇੱਕ ਪੇਸ਼ੈਂਟ ਮੇਰੇ ਕੋਲ ਆਇਆ ਕਿਸੇ ਦੂਸਰੇ ਸਰਜਨ ਨੂੰ ਟਰੀਟ ਕਰ ਰਿਹਾ ਸੀ ਅਤੇ ਕਹਿੰਦਾ ਡਾਕਟਰ ਸਾਹਿਬ ਅਸੀਂ ਐਂਡੋਸਕੋਪੀ ਕਰਾਈ ਅਤੇ ਸਾਨੂੰ ਤਾਂ ਐਂ ਸੀਗਾ ਵੀ 2 ਦਿਨਾਂ 'ਚ ਛੁੱਟੀ ਮਿਲ ਜੂਗੀ, ਬਟ ਸਾਡੇ ਮਰੀਜ਼ ਨੂੰ ਤਾਂ ਮਹੀਨਾ ਹੋਇਆ ਐਡਮਿਟ ਹੋਏ ਅਤੇ ਡਾਕਟਰ ਸਾਹਿਬ ਨੇ 4-5 ਆਪਰੇਸ਼ਨ ਕਰਤੇ, ਹਜੇ ਤੱਕ ਸਾਡਾ ਪੇਸ਼ੈਂਟ ਠੀਕ ਨਹੀਂ ਹੋਇਆ। ਬੜਾ ਹੀ ਫਿਊਰੀਅਸ ਪੇਸ਼ੈਂਟ। ਮੈਂ ਉਹਨੂੰ ਕਿਹਾ ਭਾਈ ਰਿਕਾਰਡ ਦਿਖਾ। ਰਿਕਾਰਡ ਦੇਖਿਆ ਤਾਂ ਪਤਾ ਚੱਲਿਆ ਕਿ ਉਹ ਸਰਜਨ ਨੇ ਇੱਕ ਇੰਟਰਾਵੈਂਟਰੀਕੂਲਰ ਟਿਊਮਰ ਆਪਰੇਟ ਕੀਤਾ ਸੀਗਾ, ਜਿਹੜੀ ਕਿ ਬੜੀ ਨੋਰਮਲ ਚੀਜ਼ ਆ। ਆਫਟਰ ਇੰਟਰਾਵੈਂਟਰੀਕੂਲਰ ਟਿਊਮਰ ਆਪਰੇਟ ਕਰਨ ਦੇ ਉਹਨੂੰ ਹੈਮਰੇਜ ਹੋ ਗਈ। ਹੈਮਰੇਜ ਕਰਕੇ ਹਾਈਡਰੋਕੈਪਲਸ ਬਣ ਗਿਆ। ਉਹਨੇ ਮਾਇਆ ਰਿਜ਼ਰਵਾਇਰ ਪਾਇਆ, 2-3 ਵਾਰ ਐਸਪੀਰੇਟ ਕੀਤਾ, ਨਹੀਂ ਠੀਕ ਹੋਇਆ, ਉਹਨੇ ਸ਼ੰਟ ਕਰਤਾ ਹੈ। ਤਾਂ ਮੈਂ ਰਿਕਾਰਡ ਦੇਖ ਕੇ ਉਹੀ ਕਿਹਾ, ਮੈਂ ਕਿਹਾ ਭਾਈ ਇਟਸ ਵੈਰੀ ਨੋਰਮਲ ਚੀਜ਼, ਬਟ ਪੇਸ਼ੈਂਟ ਦਾ ਰਿਸ਼ਤੇਦਾਰ ਮੰਨਣ ਲਈ ਤਿਆਰ ਨਹੀਂ। ਉਹ ਕਹਿੰਦਾ ਡਾਕਟਰ ਸਾਹਿਬ ਐਂਡੋਸਕੋਪ ਨਾਲ ਕੀਤਾ ਸੀ ਤਾਂ ਕੰਪਲੀਕੇਸ਼ਨ ਕਿੱਦਾਂ ਆ ਗਈ। ਇਸ ਤਰ੍ਹਾਂ ਇੱਕ ਹੋਰ ਸਪਾਈਨ ਦਾ ਪੇਸ਼ੈਂਟ, ਕਾਫੀ ਫੇਮਸ ਸਪਾਈਨ ਐਂਡੋਸਕੋਪਿਕ ਸਪਾਈਨ ਸਰਜਨ ਤੋਂ ਉਹਨੇ ਸਪਾਈਨ ਸਰਜਰੀ ਕਰਾਈ, ਉਹਦੇ ਸਿੰਪਟਮ ਨਹੀਂ ਗਏ। ਹੀ ਵਾਜ਼ ਅਗੇਨ ਫਿਊਰੀਅਸ। ਕਹਿੰਦਾ ਡਾਕਟਰ ਸਾਹਿਬ ਓਪਨ ਸਪਾਈਨ ਸਰਜਰੀ ਤਾਂ 70-80 ਹਜ਼ਾਰ ਦੀ ਹੋ ਜਾਂਦੀ ਆ, ਅਸੀਂ ਐਂਡੋਸਕੋਪਿਕ ਕਰਾਈ 2 ਲੱਖ ਰੁਪਈਆ ਲਾ ਕੇ, ਸਾਡਾ ਪੇਸ਼ੈਂਟ ਠੀਕ ਨਹੀਂ ਹੋਇਆ। ਅਤੇ ਮੈਂ ਉਹਨੂੰ ਹੱਸਦੇ ਪੁੱਛਿਆ, ਮੈਂ ਤੁਹਾਨੂੰ ਡਾਕਟਰ ਨੇ ਕਿ ਗਰੰਟੀ ਦਿੱਤੀ ਸੀ? ਕਹਿੰਦਾ ਨਹੀਂ ਗਰੰਟੀ ਦਾ ਕੀ ਮਤਲਬ ਜਦੋਂ ਦੁੱਗਣੇ ਪੈਸੇ ਲਾ ਰਹੇ ਹਾਂ। ਇਸ ਤਰ੍ਹਾਂ ਹੀ ਇੱਕ ਹੋਰ ਪੇਸ਼ੈਂਟ, ਉਹ ਵੀ ਕਿਸੇ ਡਾਕਟਰ ਨੇ ਐਂਡੋਸਕੋਪਿਕ ਸਪਾਈਨ ਸਰਜਰੀ ਕੀਤੀ। ਆਫਟਰ ਸਪਾਈਨ ਸਰਜਰੀ ਉਹਦਾ ਬਾਵਲ ਬਲੈਡਰ ਚਲਾ ਗਿਆ ਐਂਡ ਹੀ ਵਾਜ਼ ਅਗੇਨ ਫਿਊਰੀਅਸ। ਕਹਿੰਦਾ ਡਾਕਟਰ ਸਾਹਿਬ ਐਂਡੋਸਕੋਪ ਨਾਲ ਕੀਤਾ ਸੀ, ਕੰਪਲੀਕੇਸ਼ਨ ਕਿੱਦਾਂ ਆ ਗਈ। ਤਾਂ ਬਹੁਤ ਸਾਰੀਆਂ ਇਹ ਮਿਸਕਨਸੈਪਸ਼ਨ ਹੈ। ਇਹ ਫਿਰ ਮਿਸਕਨਸੈਪਸ਼ਨ ਕਿਤੇ ਨਾ ਕਿਤੇ ਸਟੇਨਡ ਜੋ ਹੈ ਡਾਕਟਰ ਪੇਸ਼ੈਂਟ ਰਿਲੇਸ਼ਨ ਨੂੰ ਜਨਮ ਦਿੰਦੀਆਂ ਹਨ। ਉਹ ਜੋ ਡਰ ਕੇ ਡਾਕਟਰ ਵੀ ਵਿਚਾਰੇ ਆਪਣੀ ਸਿਕਿਉਰਿਟੀ ਵਧਾਉਂਦੇ ਹੈਗੇ ਹੈ, ਬਾਊਂਸਰਸ ਰੱਖਦੇ ਹੈ, ਇੰਡੈਮਨਿਟੀ ਇੰਸ਼ੋਰੈਂਸ ਕੰਪਨੀਆਂ ਕੋਲ ਜਾਂਦੇ ਹੈ, ਅਤੇ ਉਸ ਮਿਸਟਰੈਸ ਤੋਂ ਪੇਸ਼ੈਂਟ ਵੀ ਕਿਤੇ ਨਾ ਕਿਤੇ ਜੋ ਕੁਆਲੀਫਾਈਡ ਡਾਕਟਰਾਂ ਨੂੰ ਛੱਡ ਕੇ ਕਿਤੇ ਨਾ ਕਿਤੇ ਕੁਐਕਸ ਦੀ ਤਰਫ ਜਾਂਦੇ ਆ। ਅਤੇ ਉਹ ਅਲਟੀਮੇਟਲੀ ਜਿਹੜਾ ਆਪਣਾ ਆਲਰੇਡੀ ਕੰਪਰੋਮਾਈਜ਼ ਹੈਲਥ ਸਿਸਟਮ ਆ ਉਹ 'ਤੇ ਹੋਰ ਇੱਕ ਤਰ੍ਹਾਂ ਨਾਲ ਕਹਿ ਲਓ ਉਹ 'ਤੇ ਪ੍ਰੈਸ਼ਰ ਪਾਉਂਦੇ ਹੈ ਜਾਂ ਉਹਨੂੰ ਹੋਰ ਖ਼ਰਾਬ ਕਰਦੇ ਹੈ। ਤਾਂ ਅੱਜ ਦੇ ਜਿਹੜੇ ਆਪਾਂ 15-20 ਮਿੰਟ ਹੈ ਇਸੇ ਇੰਪੋਰਟੈਂਟ ਟੌਪਿਕ 'ਤੇ ਡਿਸਕਸ ਕਰਾਂਗੇ ਕਿ ਬ੍ਰੇਨ ਅਤੇ ਸਪਾਈਨ ਦੇ ਕਿਹੜੇ ਕਾਮਨ ਪ੍ਰੋਸੀਜਰ ਹੈਗੇ ਹੈ, ਕੀ ਉਹਨਾਂ ਦੀ ਇੰਡੀਕੇਸ਼ਨ ਹੈ, ਕੀ ਉਹਨਾਂ ਦੀ ਕੰਟਰਾ ਇੰਡੀਕੇਸ਼ਨ ਹੈ, ਕੀ ਉਹਨਾਂ ਦਾ ਸਕਸੈਸ ਰੇਟ ਹੈ, ਕੀ ਉਹਨਾਂ ਦਾ ਕੰਪਲੀਕੇਸ਼ਨ ਰੇਟ ਹੈ। ਪਹਿਲਾਂ ਮੈਂ ਇੱਕ ਜਿਹੜੇ ਵਿਊਅਰਸ ਹੈ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਸਕਸੈਸ ਰੇਟ ਔਰ ਕੰਪਲੀਕੇਸ਼ਨ ਰੇਟ ਦਾ ਕੀ ਮਤਲਬ ਹੈ। ਸਕਸੈਸ ਦਾ ਮਤਲਬ ਹੈ ਵੀ ਆਪਾਂ ਜੋ ਕਰਨਾ ਚਾਹੁੰਦੇ ਸੀ ਉਹ ਕਰ ਪਾਏ ਜਾਂ ਨਹੀਂ ਕਰ ਪਾਏ, ਔਰ ਕੰਪਲੀਕੇਸ਼ਨ ਦਾ ਮਤਲਬ ਹੈ ਵੀ ਆਪਾਂ ਕਰਨਾ ਕੁਛ ਹੋਰ ਚਾਹੁੰਦੇ ਸੀ ਅਤੇ ਹੋ ਗਿਆ ਕੁਛ ਹੋਰ, ਜਿਹੜੀ ਚੀਜ਼ ਆਪਾਂ ਨੂੰ ਡਿਜ਼ਾਇਰਡ ਨਹੀਂ ਸੀ ਬਟ ਉਹ ਹੋ ਗਈ। ਹਰ ਪ੍ਰੋਸੀਜਰ ਦਾ ਇੱਕ ਆਪਣਾ ਸਕਸੈਸ ਰੇਟ ਹੁੰਦਾ ਹੈ ਔਰ ਇੱਕ ਆਪਣਾ ਕੰਪਲੀਕੇਸ਼ਨ ਰੇਟ ਹੁੰਦਾ ਹੈ। ਇਸ ਟੌਪਿਕ ਦੀ ਡਿਟੇਲ ਤੋਂ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ, ਆਪਣੇ ਇਸ ਪੇਜ ਬਾਰੇ ਅਤੇ ਆਪਣੇ ਜਿਹੜਾ ਵਰਕਿੰਗ ਪਲੇਸ ਹੈ ਸੈਕਰਡ ਹਾਰਟ ਹੌਸਪੀਟਲ ਬਾਰੇ ਦੱਸ ਦੇਣਾ ਚਾਹੁੰਦਾ। ਮੇਰਾ ਨਾਮ ਡਾਕਟਰ ਬਿਕਰਮਜੀਤ ਸਿੰਘ ਹੈ। ਮੈਂ ਜੋ ਹੈ MBBS ਆਪਣੀ ਗੌਰਮੈਂਟ ਮੈਡੀਕਲ ਕਾਲਜ ਪਟਿਆਲਾ ਤੋਂ ਕੀਤੀ ਹੈ। MS ਜੋ ਹੈ ਸਰਦਾਰ ਪਟੇਲ ਮੈਡੀਕਲ ਕਾਲਜ ਬੀਕਾਨੇਰ ਤੋਂ ਕੀਤੀ ਹੈ।
ਤੇ MCH ਜੋ ਹੈ ਮੈਂ ਉਹ ਜੋ ਰਿਨਾਊਂਡ ਸੰਜੇ ਗਾਂਧੀ PGI ਲਖਨਊ ਹੈ ਉੱਥੋਂ ਕੀਤੀ ਹੈ। ਤੇ ਅਰਾਊਂਡ ਪਿਛਲੇ 8-9 ਸਾਲਾਂ ਤੋਂ ਮੈਂ ਜਲੰਧਰ 'ਚ ਹੀ ਪ੍ਰਾਈਵੇਟ ਪ੍ਰੈਕਟਿਸ ਕਰ ਰਿਹਾ। ਤੇ ਜਿੱਥੋਂ ਤੱਕ ਇਸ ਪੇਜ ਦਾ ਸਵਾਲ ਹੈ, ਇਹ ਪੇਜ ਅਸੀਂ ਜਨਵਰੀ 2017 ਸ਼ੁਰੂ ਕੀਤਾ ਸੀਗਾ। ਪੇਜ ਸ਼ੁਰੂ ਕਰਨ ਦਾ ਮੇਨ ਪਰਪਸ ਇਹੀ ਸੀ ਵੀ OPD 'ਚ ਜਾਂ ਫੋਨ 'ਤੇ ਮਰੀਜ਼ ਸਾਥੋਂ ਬੜੇ ਅਜੀਬੋ-ਗਰੀਬ ਸਵਾਲ ਪੁੱਛਦੇ ਸੀ। ਤਾਂ ਉਸ ਤੋਂ ਜਿਹੜੀ ਗੱਲ ਇੱਕ ਝਲਕ ਕੇ ਆਉਂਦੀ ਸੀ ਉਹੀ ਸੀ ਵੀ ਇੱਕ ਪ੍ਰੋਪਰ ਕहीं ਨਾ ਕਹੀਂ ਇੱਕ ਕਮਿਊਨੀਕੇਸ਼ਨ ਗੈਪ ਹੈ ਜਾਂ ਪੇਸ਼ੈਂਟ ਸ਼ਾਇਦ ਚੀਜ਼ਾਂ ਨੂੰ ਪ੍ਰੋਪਰਲੀ ਸਮਝ ਨਹੀਂ ਪਾਉਂਦਾ। ਅਤੇ ਉਸ ਗੈਪ ਨੂੰ ਹੀ ਫਿਲ ਕਰਨ ਲਈ ਜੋ ਹੈ ਅਸੀਂ ਇਹ ਪੇਜ ਦੀ ਸ਼ੁਰੂਆਤ ਕੀਤੀ ਹੈ। ਅਤੇ ਲਗਭਗ ਆਈ ਥਿੰਕ 40-50 ਵੀਡੀਓਜ਼ ਅਸੀਂ ਆਲਰੇਡੀ ਇਹਦੇ ਵਿੱਚ ਅਸੀਂ ਪਾ ਚੁੱਕੇ हैं। कुछ लाइव सैशन हैं, कुछ रिकॉर्डिड वीडियो हैं, ताकि पेशेंट ਦੇ ਲਗਭਗ ਕਾਮਨ ਜਿੰਨੀਆਂ ਵੀ ਬ੍ਰੇਨ ਐਂਡ ਸਪਾਈਨ ਡਿਜ਼ੀਜ਼ਸ हैं ਉਹਦੇ ਬਾਰੇ ਜਿਹੜੇ ਸਾਰੇ ਡਾਊਟਸ ਹੈ ਕਲੀਅਰ ਹੋ ਸਕਣ। ਅਸੀਂ ਤੁਹਾਨੂੰ ਰਿਕੁਐਸਟ ਕਰਦੇ ਹਾਂ ਤੁਸੀਂ ਸਾਡੀ ਬਾਕੀ ਵੀਡੀਓਜ਼ ਵੀ ਦੇਖੋ। ਈਵਨ ਇਸ ਲਾਈਵ ਸੈਸ਼ਨ ਨੂੰ ਦੇਖ ਰਹੇ ਹੋ ਤਾਂ ਵੀ ਸਾਨੂੰ ਲਾਈਕ ਕਰੋ ਔਰ ਸ਼ੇਅਰ ਕਰੋ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਪੇਸ਼ੈਂਟਸ ਹੈ ਉਹਦਾ ਬੈਨੀਫਿਟ ਉਠਾ ਸਕਣ। ਜਿੱਥੋਂ ਤੱਕ ਮੇਰੀ ਵਰਕਿੰਗ ਪਲੇਸ ਦਾ ਸਵਾਲ ਹੈ, ਪਿਛਲੇ ਅਰਾਊਂਡ 7.5-8 ਸਾਲਾਂ ਤੋਂ ਮੈਂ ਜੋ ਹੈ ਸੈਕਰਡ ਹਾਰਟ ਹਸਪੀਟਲ ਮਕਸੂਦਾਂ ਜਲੰਧਰ ਕੰਮ ਕਰ ਰਿਹਾ। ਸੈਕਰਡ ਹਾਰਟ ਹਸਪੀਟਲ ਇਸ ਸ਼ਹਿਰ ਦਾ ਸਭ ਤੋਂ ਪੁਰਾਣੇ ਹਸਪਤਾਲਾਂ 'ਚੋਂ ਹੈ, ਲਗਭਗ 40 ਸਾਲ ਪੁਰਾਣਾ ਹਸਪਤਾਲ ਹੈ, ਸਭ ਤੋਂ ਵੱਡੇ ਹਸਪਤਾਲਾਂ ਤੋਂ ਹੈ ਅਤੇ ਸਭ ਤੋਂ ਰਿਪਿਊਟਡ ਹਸਪਤਾਲਾਂ 'ਚੋਂ ਹੈ। ਇਹੀ ਕਾਰਨ ਹੈ ਸ਼ਾਇਦ ਕਿ ਲਗਭਗ ਅਗਰ ਕੋਈ ਵੀ ਕੇਸ ਇਸ ਏਰੀਏ 'ਚ ਕੰਪਲੀਕੇਟ ਹੁੰਦਾ ਤਾਂ ਇੱਕ ਵਾਰ ਸਾਡੇ ਕੋਲ ਜ਼ਰੂਰ ਆਉਂਦਾ ਓਪੀਨੀਅਨ ਲੈਣ ਲਈ ਕਿ ਡਾਕਟਰ ਸਾਹਿਬ ਠੀਕ ਹੋਇਆ ਜਾਂ ਗਲਤ ਹੋਇਆ। ਉਹਨਾਂ ਨੂੰ ਤੁਸੀਂ ਦੱਸਦੇ ਹੀ ਦੱਸਦੇ ਆ ਨਾਲ ਸਾਨੂੰ ਫਿਰ ਉਸ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਇੰਸੀਡੈਂਸਿਸ ਦੱਸੇ ਹੈ, ਇਹਨਾਂ ਇੰਸੀਡੈਂਸਿਸ ਤੋਂ ਸਾਨੂੰ ਲੱਗਿਆ ਕਿ ਸਾਨੂੰ ਇੱਕ ਲਾਈਵ ਸੈਸ਼ਨ ਵੀ ਇਸ ਬੜੇ ਇੰਪੋਰਟੈਂਟ ਟੌਪਿਕ 'ਤੇ ਕਰਨਾ ਚਾਹੀਦਾ ਹੈ। ਅਤੇ ਹੁਣ ਮੈਂ ਫਿਰ ਇੱਕ ਵਾਰ ਤੁਹਾਨੂੰ ਰਿਕੁਐਸਟ ਕਰਦਾ ਜ਼ਿਆਦਾ ਤੋਂ ਜ਼ਿਆਦਾ ਸਾਡਾ ਇਹ ਸ਼ੇਅਰ ਕਰੋ ਔਰ ਲਾਈਕ ਕਰੋ। ਅਤੇ ਹੁਣ ਮੈਂ ਆਪਣੇ ਜਿਹੜਾ ਮੇਨ ਟੌਪਿਕ 'ਤੇ ਆਉਣਾ। ਪਹਿਲਾਂ ਆਪਾਂ ਬ੍ਰੇਨ ਦੀ ਡਿਸਕਸ ਕਰਦੇ ਹਾਂ ਵੀ ਬ੍ਰੇਨ 'ਚ ਕਿਹੜੀਆਂ ਕਾਮਨ ਸਰਜਰੀਜ਼ ਹੁੰਦੀਆਂ ਅਤੇ ਉਹਨਾਂ ਦੇ ਕੀ ਇੰਡੀਕੇਸ਼ਨ ਹੈ, ਕੀ ਕੰਟਰਾ ਇੰਡੀਕੇਸ਼ਨ ਹੈ, ਕੀ ਉਹਨਾਂ ਦੇ ਸਕਸੈਸ ਰੇਟ ਹੈ ਅਤੇ ਕੀ ਉਹਨਾਂ ਦਾ ਕੰਪਲੀਕੇਸ਼ਨ ਰੇਟ ਹੈ। ਜਿਹੜੇ ਮੈਂ ਤੁਹਾਨੂੰ ਰੇਟਸ ਦੱਸ ਰਿਹਾ ਇਹ ਮੋਸਟਲੀ ਵੈਸਟਰਨ ਲਿਟਰੇਚਰ ਤੋਂ ਲਿੱਤੇ ਜਾਂਦੇ ਹੈ। ਵੈਸਟਰਨ ਲਿਟਰੇਚਰ ਦਾ ਮਤਲਬ ਹੈ ਨਾਰਥ ਅਮਰੀਕਾ, ਜਿਸ 'ਚ ਅਮਰੀਕਾ ਕੈਨੇਡਾ ਆਉਂਦਾ ਹੈ, ਅਤੇ ਯੂਰਪ ਦੇ ਵਿੱਚ ਜੋ ਹੈ ਜਿਹੜਾ ਇੰਗਲੈਂਡ ਜਾਂ ਬਾਕੀ ਜਿਹੜੇ ਕੰਟਰੀ ਸਵੀਡਨ, ਇਹਨਾਂ ਕੰਟਰੀਜ਼ ਦਾ ਜਿਹੜਾ ਹੈਲਥ ਸਿਸਟਮ ਹੈ ਉਹ ਬਹੁਤ ਹੀ ਅੱਛਾ ਹੈ। ਸਾਡੇ ਇੰਡੀਆ 'ਚ ਸਾਡੇ ਕੋਲ ਕੋਈ ਐਸਾ ਆਥੈਂਟਿਕ ਬਹੁਤ ਜ਼ਿਆਦਾ ਡਾਟਾ ਹੈ ਨਹੀਂ, ਤਾਂ ਅਸੀਂ ਵੈਸਟਰਨ ਡਾਟਾ ਹੀ ਕੋਟ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਉਹਨਾਂ ਦਾ ਤਾਂ ਸਾਡਾ ਬਰਾਬਰ ਹੀ ਹੋਏਗਾ, ਬਟ ਇਹ ਜ਼ਰੂਰੀ ਨਹੀਂ ਹੈ ਕਿ ਬਰਾਬਰ ਹੋਏ। ਤਾਂ ਜੋ ਅਸੀਂ ਤੁਹਾਨੂੰ ਪਰਸੈਂਟੇਜ ਕਾਊਂਟ ਕਰਾਂਗੇ ਇੰਡੀਵਿਜੂਅਲ ਸੈਂਟਰ 'ਤੇ ਇੰਡੀਵਿਜੂਅਲ ਡਾਕਟਰ 'ਤੇ ਇਹ ਡਿਫਰੈਂਟ ਵੀ ਹੋ ਸਕਦੀ ਹੈ। ਅਤੇ ਕਿਤੇ ਨਾ ਕਿਤੇ ਅਸੀਂ ਸਰਜਰੀ ਦੀ ਕੋਸਟ ਵੀ ਕਾਊਂਟ ਕਰਾਂਗੇ, ਉਹ ਵੀ ਮੈਂ ਇੱਕ ਐਵਰੇਜ ਕੋਸਟ ਜੋ ਮੇਰੇ ਏਰੀਏ 'ਚ ਉਹ ਦੱਸ ਰਿਹਾ। ਵੱਖ-ਵੱਖ ਏਰੀਆ 'ਚ ਅਤੇ ਵੱਖ-ਵੱਖ ਹਸਪਤਾਲਾਂ 'ਚ ਉਹ ਕੋਸਟ ਵੀ ਜੋ ਹੈ ਡਿਫਰੈਂਟ ਹੋ ਸਕਦੀ ਹੈ। ਮਤਲਬ ਤੁਸੀਂ ਇਹ ਨਾ ਕਿ ਡਾਕਟਰ ਸਾਹਿਬ ਨੇ ਤਾਂ ਇੰਨਾ ਕਿਹਾ ਸੀ, ਤੁਸੀਂ ਇੱਦਾਂ ਦੀ ਕੋਈ ਗੱਲ ਨਹੀਂ ਕਰਨੀ ਹੈ। ਤਾਂ ਜਿੱਥੇ ਤੱਕ ਬ੍ਰੇਨ ਸਵਾਲ ਹੈ, ਜੋ ਬ੍ਰੇਨ ਦੀ ਸਭ ਤੋਂ ਜੋ ਕਾਮਨ ਆਪਰੇਸ਼ਨ ਹੈ ਜਿਹਨੂੰ ਅਸੀਂ ਓਪਨ ਕਰਨਿਓਟਮੀ ਕਹਿੰਦੇ ਹਾਂ, ਮਤਲਬ ਚੀਰਾ ਲਾ ਕੇ ਹੱਡੀ ਹਟਾ ਕੇ ਫਿਰ ਅਸੀਂ ਜਿਵੇਂ ਹੈਡ ਇੰਜਰੀ ਦੇ ਕਲੌਟ ਕੱਢਣੇ ਆ ਜਾਂ ਬ੍ਰੇਨ ਹੈਮਰੇਜ ਦੇ ਕਲੌਟ ਕੱਢਣੇ ਆ ਜਾਂ ਅਸੀਂ ਟਿਊਮਰ ਕੱਢਣਾ ਹੈ ਜਾਂ ਅਸੀਂ ਜਿਹੜਾ ਖੂਨ ਦਾ ਗੁਬਾਰਾ ਹੁੰਦਾ ਜਿਹਨੂੰ ਐਨੋਰਿਜ਼ਮ ਕਲਿੱਪਿੰਗ ਕਹਿੰਦੇ ਹਾਂ, ਇਹ ਜਿਹੜਾ ਪ੍ਰੋਸੀਜਰ ਹੁੰਦਾ ਇਹ ਲਗਭਗ ਪਿਛਲੇ ਕਹਿ ਲਓ 400-500 ਸਾਲਾਂ ਤੋਂ ਗੋਲਡ ਸਟੈਂਡਰਡ ਪ੍ਰੋਸੀਜਰ ਹੈ। ਪੂਰੀ ਦੁਨੀਆ ਭਰ ਦੇ ਡਾਕਟਰ ਹੀ ਇਹ ਕਰਦੇ ਹੈ। ਹਾਂ, ਬਟ ਹੁਣ ਵਿਦ ਟਾਈਮ ਇਹ 'ਚ ਰਿਫਾਈਨਮੈਂਟਸ ਆ ਗਈਆਂ। ਪ੍ਰੋਸੀਜਰ ਸੇਮ ਹੀ ਰਿਹਾ, ਪ੍ਰੋਸੀਜਰ ਕਨਿਓਟਮੀ ਹੀ ਹੈ, ਚੀਰਾ ਲਾ ਕੇ ਹੱਡੀ ਕੱਟ ਕੇ ਅਤੇ ਫਿਰ ਅਸੀਂ ਬ੍ਰੇਨ ਨੂੰ ਅਪਰੋਚ ਕਰਦੇ ਹਾਂ। ਬਟ ਐਡਵਾਂਸਮੈਂਟਸ ਆ ਗਈਆਂ, ਨੈਵੀਗੇਸ਼ਨ ਟੈਕਨੀਕਸ ਆ ਗਈਆਂ। ਉਹਦੇ ਨਾਲ ਕੀ ਹੈ ਵੀ ਅਸੀਂ ਐਗਜ਼ੈਕਟ ਜਿਹੜੀ ਜਗ੍ਹਾ ਨੋਰਮਲੀ ਅਸੀਂ ਸਰਫੇਸ ਮਾਰਕਿੰਗ ਨਾਲ ਲੋਕੇਟ ਕਰਦੇ ਹਾਂ, CT ਸਕੈਨ ਨੂੰ ਦੇਖ ਕੇ ਅਤੇ ਪੇਸ਼ੈਂਟ ਦੇ ਸਿਰ ਨੂੰ ਦੇਖ ਕੇ ਅਸੀਂ ਅੰਦਾਜ਼ਾ ਲਾ ਲੈਂਦੇ ਹਾਂ ਵੀ ਆਹ ਚੀਜ਼ ਇੱਥੇ ਹੈ। ਬਟ ਉਸ ਨੂੰ ਐਡਵਾਂਸ ਕਰਨ ਲਈ ਇੱਕ ਨਿਊਰੋ ਨੈਵੀਗੇਸ਼ਨ ਸਿਸਟਮ ਆ ਗਿਆ ਹੈ ਅਤੇ ਉਹ ਥੋੜ੍ਹਾ ਜਿਹਾ ਇਸ ਨੂੰ ਬੈਟਰ ਕਰ ਦਿੰਦਾ ਹੈ। ਬਟ ਨਿਊਰੋ ਨੈਵੀਗੇਸ਼ਨ ਸਿਸਟਮ ਦੀ ਪ੍ਰੋਬਲਮ ਇਹੀ ਹੈ ਵੀ ਇੱਕ ਤਾਂ ਉਹ ਸਿਸਟਮ ਬਹੁਤ ਮਹਿੰਗਾ ਹੈ, ਉਹ ਮਤਲਬ ਉਹਦੀ ਕੋਸਟ ਕਰੋੜਾਂ 'ਚ ਹੈ, ਅਤੇ ਦੂਸਰਾ ਹੈ ਉਹ 'ਚ ਸਰਜਰੀ ਟਾਈਮ ਵੀ ਵੱਧ ਜਾਂਦਾ ਹੈ ਕਿਉਂਕਿ ਉਹ 'ਚ ਜਿਹੜਾ ਹੈ ਰੈਫਰੈਂਸ ਪੁਆਇੰਟ ਵਗੈਰਾ ਕਰਨੇ ਪੈਂਦੇ। ਅਤੇ ਜ਼ਿਆਦਾਤਰ ਜੋ ਇੰਡੀਆ ਸੈਂਟਰ ਹੈ ਉਹ ਨੋਰਮਲ ਕਨਿਓਟਮੀ ਹੀ ਕਰਦੇ ਆ, ਬਟ ਕੁਛ ਜਿਹੜੇ ਹਾਈ ਐਂਡ ਸੈਂਟਰ ਹੈ ਉਹ ਨੈਵੀਗੇਸ਼ਨ ਸਿਸਟਮ ਯੂਜ਼ਡ ਕਨਿਓਟਮੀ ਕਰਦੇ ਹੈ। ਅਤੇ ਜਦੋਂ ਅਸੀਂ ਕਨਿਓਟਮੀ ਕਰ ਲੈਂਦੇ ਹਾਂ ਅੰਦਰ ਜ਼ਿਆਦਾਤਰ ਅਸੀਂ ट्यूमर और एनोरिज्म जो है माइक्रोस्कोप के अंडर क्लिक करते हैं। माइक्रोस्कोप एक इंस्ट्रूमेंट है जिवें तुहानूं सारिਆਂ ਨੂੰ पता ਜਿਹੜਾ ਛੋਟੀ ਚੀਜ਼ ਨੂੰ ਵੱਡੀ ਕਰਕੇ ਦਿਖਾਈ ਦਿੰਦਾ, ਮਤਲਬ ਜਿਹੜੀਆਂ ਬ੍ਰੇਨ ਦੇ ਅੰਦਰ ਛੋਟੀਆਂ ਨਾੜਾਂ ਹੈਗੀਆਂ ਜਾਂ ਛੋਟਾ ਟਿਊਮਰ ਹੈ ਉਹਨੂੰ ਵੱਡਾ ਕਰਕੇ ਦਿਖਾਈ ਦਿੰਦਾ, ਜਿਹਦੇ ਨਾਲ ਸਾਨੂੰ ਸਰਜਰੀ ਕਰਨ ਦੇ ਵਿੱਚ ਜਿਹੜੀ ਹੈ ਆਸਾਨੀ ਹੁੰਦੀ ਹੈ। ਜਿੱਥੇ ਤੱਕ ਕਨੋਟਮੀ ਦਾ ਸਵਾਲ ਹੈ, ਔਨ ਐਨ ਐਵਰੇਜ 60 to 70% ਕੇਸਿਸ ਦੇ ਵਿੱਚ ਜਿਹੜਾ ਕਨੋਟਮੀ ਪ੍ਰੋਸੀਜਰ ਉਹ ਸਕਸੈਸਫੁਲ ਰਹਿੰਦਾ, ਜੋ ਅਸੀਂ ਅਚੀਵ ਕਰਨਾ ਚਾਹੁੰਦੇ ਹਾਂ ਉਹ ਅਚੀਵ ਕਰ ਲੈਂਦੇ ਹਾਂ। ਬਟ 20 to 30% ਕੇਸਿਸ 'ਚ ਕਈ ਵਾਰ ਜੋ ਹੈ ਡਿਜ਼ਾਇਰਡ ਰਿਜ਼ਲਟ ਨਹੀਂ ਆਉਂਦੇ, ਜਾਂ 5 ਤੋਂ 10% ਕੇਸਿਸ 'ਚ ਕਈ ਵਾਰ ਈਵਨ ਕੰਪਲੀਕੇਸ਼ਨਸ ਵੀ ਹੋ ਜਾਂਦੀਆਂ, ਜਿਵੇਂ ਕੋਈ ਲੀਕ ਹੋ ਗਿਆ, ਇਨਫੈਕਸ਼ਨ ਹੋ ਗਿਆ, ਜਾਂ ਕੋਈ ਹੈਮਰੇਜ ਹੋ ਗਿਆ, ਜਾਂ ਕੋਈ ਹੋਰ ਚੀਜ਼ ਹੋ ਗਈ। ਅਤੇ ਜਿਹੜਾ ਦੂਸਰਾ ਪ੍ਰੋਸੀਜਰ ਹੈ ਉਹ ਹੈ ਐਂਡੋਸਕੋਪਿਕ ਬ੍ਰੇਨ ਸਰਜਰੀ। ਐਂਡੋਸਕੋਪਿਕ ਬ੍ਰੇਨ ਸਰਜਰੀ ਅਸੀਂ ਪਿਚੂਟਰੀ ਟਿਊਮਰ ਲਈ ਕਰਦੇ ਹਾਂ, ਜਿਹੜਾ ਨੱਕ ਦੇ ਉੱਪਰ ਟਿਊਮਰ ਹੁੰਦਾ, ਨੱਕ ਦੇ ਬ੍ਰੇਨ ਦੇ ਜੰਕਸ਼ਨ 'ਤੇ। ਵੈਂਟਰੀਕਲ ਟਿਊਮਰ, ਬ੍ਰੇਨ ਦੇ ਵਿੱਚ ਪਾਣੀ ਦੀਆਂ ਥੈਲੀਆਂ ਹੁੰਦੀਆਂ ਉਹਨਾਂ ਦਾ ਟਿਊਮਰ ਹੁੰਦਾ, ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ। ਜਾਂ ਜਿਹੜਾ ਹੈ ਬ੍ਰੇਨ ਹੈਮਰੇਜ ਦੇ ਵਿੱਚ ਵੀ ਅਸੀਂ ਕਰਦੇ ਹਾਂ।
ਤੇ ਐਂਡੋਸਕੋਪਿਕ ਪ੍ਰੋਸੀਜਰ ਦੇ ਕੁਝ ਫਾਇਦੇ ਵੀ ਹੈ, ਕੁਝ ਨੁਕਸਾਨ ਵੀ ਹੈ। ਫਾਇਦੇ ਤਾਂ ਇਹੀ ਹੈ ਵੀ ਛੋਟਾ ਚੀਰਾ ਲੱਗਦਾ ਹੈ, ਅਸੀਂ ਆਪਣੀ ਜਗ੍ਹਾ 'ਤੇ ਪਹੁੰਚ ਜਾਂਦੇ ਹਾਂ, ਬਟ ਨੁਕਸਾਨ ਇਹੀ ਹੈ ਵੀ ਇਹ 'ਚ ਜਿਹੜੇ ਬਾਕੀ ਜੋ ਕੰਪਲੀਕੇਸ਼ਨ ਰੇਟ ਹੈ ਉਹ ਲਗਭਗ ਓਪਨ ਜਿੰਨਾ ਹੀ ਰਹਿੰਦਾ, ਜੋ ਪੋਸਟ ਐਂਡੋਸਕੋਪਿਕ ਹੈਮਰੇਜ ਹੋ ਗਈ ਜਾਂ ਕੋਈ ਬਾਅਦ 'ਚ ਕੋਈ ਇਨਫੈਕਸ਼ਨ ਹੋ ਗਿਆ ਜਾਂ ਬਾਕੀ ਚੀਜ਼ਾਂ ਹੋ ਗਈਆਂ, ਤੇ ਉਹ ਜਿਹੜਾ ਕੰਪਲੀਕੇਸ਼ਨ ਰੇਟ ਲਗਭਗ ਸੇਮ ਹੈ। ਹਾਂ, ਬਟ ਜਿੱਥੇ ਐਂਡੋਸਕੋਪਿਕ ਪ੍ਰੋਸੀਜਰ ਦੀ ਯੂਜ਼ ਹੈ, ਜਿਵੇਂ ਪਿਚੂਟਰੀ 'ਚ ਤੁਹਾਨੂੰ ਦੱਸਿਆ, ਇਹਦੀ ਇੰਡੀਕੇਸ਼ਨਸ ਵੀ ਹੈ। ਨਾਰਮਲੀ ਜਿਹੜੀ ਛੋਟੀ ਚੀਜ਼ ਇਹਦੇ ਨਾਲ ਕੱਢ ਸਕਦੇ ਹਾਂ, ਬਹੁਤ ਵੱਡੀ ਚੀਜ਼ ਇਹਦੇ ਨਾਲ ਕੱਢਣੀ ਮੁਸ਼ਕਿਲ ਹੋ ਜਾਂਦੀ ਹੈ। ਪਿਚੂਟਰੀ ਟਿਊਮਰ ਵੀ ਹੈ ਜੋ ਛੋਟਾ ਜਿਹਾ ਹੈ, ਸਾਹਮਣੇ ਸਿੱਧਾ ਪਿਆ ਹੈ ਤਾਂ ਉਹਨੂੰ ਐਂਡੋਸਕੋਪ ਨਾਲ ਕੱਢ ਦਿੰਦੇ, ਪਰ ਜੇ ਉਹ ਵੱਡਾ ਹੈ, ਆਸੇ ਪਾਸੇ ਬਹੁਤ ਜ਼ਿਆਦਾ ਫੈਲਾ ਹੋਇਆ ਹੈ, ਤਾਂ ਫਿਰ ਉਹ ਐਂਡੋਸਕੋਪ ਦੇ ਨਾਲ ਨਹੀਂ ਵੀ ਨਿਕਲਦਾ। ਜੋ ਨੈਕਸਟ ਪ੍ਰੋਸੀਜਰ ਹੈ ਉਹ ਹੈ ਸਟੀਰੋਟੈਕਟਿਕ ਬ੍ਰੇਨ ਸਰਜਰੀ। ਬ੍ਰੇਨ ਦੇ ਜਿਹੜੇ ਖਾਸ ਕਰਕੇ ਮੈਲਿਗਨੈਂਟ ਟਿਊਮਰ ਹੈ ਉਹ ਬ੍ਰੇਨ ਦੇ ਨਾਲ ਕਹਿ ਲਓ ਇਨਫਿਲਟਰੇਟ ਹੁੰਦੇ ਆ, ਮਤਲਬ ਵੀ ਉਹਨਾਂ ਦਾ ਕੋਈ ਪੱਕਾ ਬ੍ਰੇਨ ਤੇ ਉਹਦਾ ਕੋਈ ਇੰਟਰਫੇਸ ਨਹੀਂ ਆਪਾਂ ਨੂੰ ਮਿਲਦਾ, ਤਾਂ ਉਹ ਹਮੇਸ਼ਾ ਕਦੇ ਵੀ ਪੂਰੇ ਨਹੀਂ ਨਿਕਲਦੇ। ਤਾਂ ਨਾਰਮਲੀ ਇਹਨਾਂ ਕੇਸਾਂ 'ਚ ਕੀ ਕੀਤਾ ਇਹਨਾਂ ਨੂੰ ਸਟੀਰੋਟੈਕਟਿਕ ਬਾਇਪਸੀ, ਮਤਲਬ ਛੋਟਾ ਜਿਹਾ ਚੀਰਾ ਲਾ ਕੇ ਬਾਇਪਸੀ ਲੈ ਕੇ ਫਿਰ ਜੋ ਰਿਪੋਰਟ ਆਉਂਦੀ ਹੈ ਉਹਦੇ ਬੇਸ 'ਤੇ ਰੇਡੀਓ ਐਂਡ ਕੀਮੋਥੈਰੇਪੀ ਕਰਾਈ ਜਾਂਦੀ ਹੈ। ਬਟ ਸਟੀਰੋਟੈਕਟਿਕ ਬਾਇਪਸੀ ਦਾ ਵੀ ਉਹੀ ਹੈ, ਇਹਦੀਆਂ ਵੀ ਆਪਣੀਆਂ ਕੰਪਲੀਕੇਸ਼ਨ ਜਾਂ ਹੈਮਰੇਜ ਹੋ ਜਾਂਦੀ ਹੈ ਜਾਂ ਬਾਕੀ ਚੀਜ਼ਾਂ ਹੋ ਸਕਦੀਆਂ ਹਨ। ਇਸ ਤੋਂ ਬਾਅਦ ਆ ਗਿਆ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ ਨੈਵੀਗੇਸ਼ਨ ਅਸਿਸਟਡ ਬ੍ਰੇਨ ਸਰਜਰੀ। ਇਹ ਇੱਕ ਨੈਵੀਗੇਸ਼ਨ ਸਿਸਟਮ ਹੁੰਦਾ ਜਿਹੜਾ ਸਾਨੂੰ ਟਿਊਮਰ ਤੱਕ ਐਗਜ਼ੈਕਟਲੀ ਪਹੁੰਚਣ 'ਚ ਮਦਦ ਕਰਦਾ, ਬਟ ਪ੍ਰੋਬਲਮ ਉਹੀ ਹੈ ਕਿ ਇਹ ਸਿਸਟਮ ਕਾਫੀ ਕੋਸਟਲੀ ਹੈ ਅਤੇ ਜ਼ਿਆਦਾਤਰ ਹੌਸਪੀਟਲ ਇਹਨੂੰ ਕਿਤੇ ਨਾ ਕਿਤੇ ਅਫੋਰਡ ਨਹੀਂ ਕਰ ਪਾਉਂਦੇ। ਇਸ ਤੋਂ ਬਾਅਦ ਕੁਆਇਲਿੰਗ ਆਫ ਐਨੂਰਿਜ਼ਮ ਹੈ। ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਬ੍ਰੇਨ ਦੇ ਵਿੱਚ ਜੇ ਖੂਨ ਦਾ ਗਵਾਰਾ ਬਣ ਜੇ, ਜਾਂ ਤਾਂ ਆਪਾਂ ਉਹਨੂੰ ਕਲਿੱਪ ਕਰ ਸਕਦੇ ਹਾਂ, ਓਪਨ ਆਪਰੇਸ਼ਨ ਨਾਲ ਉਹਨੂੰ ਕਲਿੱਪ ਕਰ ਸਕਦੇ ਹਾਂ ਮਾਈਕਰੋਸਕੋਪ ਦੀ ਹੈਲਪ ਨਾਲ, ਜਾਂ ਆਪਾਂ ਉਹਨੂੰ ਬਿਨਾਂ ਚੀਰ ਫਾੜ ਤੋਂ ਕੁਆਇਲਿੰਗ ਕਰ ਸਕਦੇ ਹਾਂ। ਕੁਆਇਲਿੰਗ ਦਾ ਫਾਇਦਾ ਇਹੀ ਹੈ ਵੀ ਚੀਰਾ ਨਹੀਂ ਲੱਗਦਾ ਹੈਗਾ, ਬਟ ਜੋ ਨੁਕਸਾਨ ਹੈ ਪਹਿਲੇ ਨੰਬਰ 'ਤੇ ਤਾਂ ਇਹ ਕੋਸਟਲੀ ਹੈ। ਜੋ ਓਪਨ ਕਲਿੱਪਿੰਗ ਨਾਲੋਂ ਇਹ ਲਗਭਗ ਤਿੱਗਣੇ ਵਾਂਗੂ ਪੈ ਜਾਂਦਾ। ਜਿਹੜਾ ਕਲਿੱਪਿੰਗ ਪ੍ਰੋਸੀਜਰ ਉਹ 1.5-2 ਲੱਖ ਦਾ ਹੋ ਜਾਂਦਾ, ਬਟ ਜਿਹੜਾ ਕੁਆਇਲਿੰਗ ਆ ਉਹ 5-6 ਲੱਖ ਦਾ ਚਲਾ ਜਾਂਦਾ। ਪਲੱਸ ਜਿਹੜਾ ਕੰਪਲੀਕੇਸ਼ਨ ਰੇਟ ਹੈ ਜੋ ਐਨੂਰਿਜ਼ਮ ਤੋਂ ਬਾਅਦ ਜਿਵੇਂ ਵੇਜ਼ੋਸਪਾਜ਼ਮ ਹੋ ਗਿਆ, ਨਾੜੀ ਸਿੰਗੜ ਗਈ ਜਾਂ ਦਿਮਾਗ 'ਚ ਪਾਣੀ ਭਰ ਗਿਆ ਜਾਂ ਹੋਰ ਆ, ਉਹ ਲਗਭਗ ਜਿੰਨੀਆਂ ਕੁ ਹਜੇ ਤੱਕ ਸਟੱਡੀਜ਼ ਹੈ ਲਗਭਗ ਸੇਮ ਹੀ ਹੈ। ਤਾਂ ਇਹ ਚੀਜ਼ ਹੈ ਕਿ ਸੇਮ ਕੰਪਲੀਕੇਸ਼ਨ ਰੇਟ 'ਤੇ ਸਿਰਫ ਚੀਰਾ ਲੱਗਣ ਜਾਂ ਨਾ ਲੱਗਣ ਲਈ ਬਹੁਤ ਸਾਰੇ ਪੇਸ਼ੈਂਟ ਤਿੱਗਣੀ ਕੀਮਤ ਦੇਣ ਲਈ ਤਿਆਰ ਨਹੀਂ ਹੁੰਦੇ ਹੈਗੇ। ਇਸ ਤੋਂ ਬਾਅਦ ਆ ਗਿਆ ਗਾਮਾ ਨਾਈਫ ਫਾਰ ਬ੍ਰੇਨ ਟਿਊਮਰ ਐਂਡ AVM। ਗਾਮਾ ਨਾਈਫ ਇੱਕ ਮਸ਼ੀਨ ਹੈ, ਇਹ ਇੱਕੋ ਇੱਕ ਬ੍ਰੇਨ ਦੀ ਸਰਜਰੀ ਹੈ ਜਿਹੜੀ ਬਿਨਾਂ ਚੀਰੇ ਤੋਂ ਹੁੰਦੀ ਹੈ। ਇਹ ਕੁਝ ਟਿਊਮਰ ਹੁੰਦੇ ਹੈ ਜਿਹੜੇ ਬਿਨਾਈਨ ਟਿਊਮਰ, ਮਤਲਬ ਜਿਹੜੇ ਨਾਨ ਕੈਂਸਰਸ ਬ੍ਰੇਨ ਦੇ ਟਿਊਮਰ ਹੈ, ਉਹਨਾਂ 'ਚ ਇਹ ਹੈਲਪਫੁਲ ਹੁੰਦੀ ਹੈ। ਉਹਦੇ ਵਿੱਚ ਅਸੀਂ ਬਿਨਾਂ ਚੀਰੇ ਤੋਂ ਜਿਹੜਾ ਹੈ ਗਾਮਾ ਨਾਈਫ ਦੇ ਨਾਲ, ਬਟ ਉਹ 'ਚ ਪ੍ਰੋਬਲਮ ਇਹੀ ਹੈ ਵੀ ਟਿਊਮਰ ਛੋਟਾ ਹੋਣਾ ਚਾਹੀਦਾ। ਟਿਊਮਰ ਆਈਡਲੀ ਤਾਂ 1.5 ਸੈਂਟੀਮੀਟਰ ਤੋਂ ਛੋਟਾ ਹੋਣਾ ਚਾਹੀਦਾ, 2 ਸੈਂਟੀਮੀਟਰ ਤੋਂ ਹਰ ਹਾਲਤ ਛੋਟਾ ਹੋਣਾ ਚਾਹੀਦਾ। 2 ਸੈਂਟੀਮੀਟਰ ਤੋਂ ਵੱਡੇ ਟਿਊਮਰਾਂ 'ਤੇ ਇਹ ਅਸਰ ਨਹੀਂ ਕਰਦੀ ਹੈ। ਅਤੇ ਉਹ ਜਿਹੜੇ 2 ਸੈਂਟੀਮੀਟਰ ਤੋਂ ਵੱਡੇ ਟਿਊਮਰ ਹੁੰਦੇ ਉਹਨਾਂ ਨੂੰ ਪਹਿਲਾਂ ਓਪਨ ਸਰਜਰੀ ਕਰਕੇ ਛੋਟਾ ਕੀਤਾ ਜਾਂਦਾ, ਅਤੇ ਫਿਰ ਜਿਹੜਾ ਬਿਲਕੁਲ ਮਾੜਾ ਮੋਟਾ ਏਰੀਆ ਬਚ ਗਿਆ ਉਹਨੂੰ ਗਾਮਾ ਨਾਈਫ ਦਿੱਤਾ ਜਾਂਦਾ। ਇਸ ਤੋਂ ਬਾਅਦ ਜਿਹੜੀ ਇੱਕ ਹੋਰ ਸਰਜਰੀ ਹੈ ਜੋ ਅਜੇ ਵੱਡੇ ਸ਼ਹਿਰਾਂ 'ਚ ਹੀ ਹੈ, ਹੌਲੀ ਹੌਲੀ ਛੋਟੇ ਸ਼ਹਿਰਾਂ 'ਚ ਵੀ ਆ ਜਾਏਗੀ, ਜਿਹਨੂੰ ਡੀਪ ਬ੍ਰੇਨ ਸਟੀਮੂਲੇਸ਼ਨ ਕਹਿੰਦੇ ਹਾਂ। ਡੀਪ ਬ੍ਰੇਨ ਸਟੀਮੂਲੇਸ਼ਨ ਕੀ ਹੁੰਦਾ, ਬਹੁਤ ਸਾਰੇ ਮਰੀਜ਼ ਹੁੰਦੇ ਆ ਜਿਨ੍ਹਾਂ ਨੂੰ ਪਾਰਕਿੰਸਨਿਜ਼ਮ ਦੀ ਪ੍ਰੋਬਲਮ ਹੁੰਦੀ ਹੈ, ਜਾਂ ਵੈਸੇ ਉਹਨਾਂ ਦੇ ਹੱਥ ਪੈਰ ਹਿਲਦੇ ਹੈ ਜਾਂ ਉਹਨਾਂ ਦਾ ਚਿਹਰਾ ਹਿਲਦਾ ਹੈ, ਜਿਹਨੂੰ ਅਸੀਂ ਡਿਸਟੋਨੀਆ ਕਹਿ ਦਿੰਦੇ ਹਾਂ। ਨਾਰਮਲੀ ਇਸ ਬਿਮਾਰੀ ਨੂੰ ਆਪਾਂ ਦਵਾਈਆਂ ਨਾਲ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਬਟ ਜਿਹੜਾ ਹੈ ਆਫਟਰ ਸਮ ਟਾਈਮ ਇਹ ਦਵਾਈਆਂ ਦਾ ਜਿਹੜਾ ਕੰਟਰੋਲ ਹੈ ਚਲਾ ਜਾਂਦਾ। ਤਾਂ ਉਸ ਕੇਸ 'ਚ ਡੀਪ ਬ੍ਰੇਨ ਸਟੀਮੂਲੇਸ਼ਨ 'ਚ ਕੀ ਕਰਦੇ ਹਾਂ, ਅਸੀਂ ਇੱਕ ਤਾਰ ਪਾ ਦਿੰਦੇ ਹਾਂ ਅਤੇ ਬਾਹਰ ਇੱਕ ਜਨਰੇਟਰ ਲਾ ਦਿੰਦੇ ਹਾਂ, ਅਤੇ ਉਸ ਤਾਰ ਦੇ ਥਰੂ ਕਰੰਟ ਦੇ ਕੇ ਜਿਹੜਾ ਬ੍ਰੇਨ ਦੇ ਏਰੀਏ ਨੂੰ ਉਹ ਵੱਧ ਜਾਂ ਘੱਟ ਉਹਨੂੰ ਮਤਲਬ ਔਨ ਆਫ ਕਰਕੇ ਅਸੀਂ ਜਿਹੜਾ ਹੈ ਪੇਸ਼ੈਂਟ ਨੂੰ ਬੈਟਰ ਕਰਦੇ ਹਾਂ। ਡੀਪ ਬ੍ਰੇਨ ਸਟੀਮੂਲੇਸ਼ਨ ਦਾ ਫਾਇਦਾ ਕੀ ਹੈ ਕਿ ਇਹਦੇ ਨਾਲ ਜਿਹੜੀ ਦਵਾਈ ਦੀ ਰਿਕੁਆਇਰਮੈਂਟ ਹੈ ਉਹ ਘੱਟ ਜਾਂਦੀ ਹੈ, ਅਤੇ ਜਿਹੜਾ ਡਿਜ਼ੀਜ਼ ਦਾ ਕੰਟਰੋਲ ਹੈ, ਮਤਲਬ ਬੰਦੇ ਦਾ ਜਿਹੜਾ ਕੰਬਣਾ ਹੈ ਉਹ ਘੱਟ ਜਾਂਦਾ ਹੈ। ਬਟ ਕੁਛ ਲੋਕਾਂ 'ਚ ਮਿਸਕਨਸੈਪਸ਼ਨ ਹੁੰਦੀ ਹੈ ਵੀ ਡੀਪ ਬ੍ਰੇਨ ਸਟੀਮੂਲੇਸ਼ਨ ਦੇ ਬਾਅਦ ਸਾਡਾ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਜਾਏਗਾ। ਐਸਾ ਨਹੀਂ ਹੁੰਦਾ ਹੈ, ਇਹਦੇ ਨਾਲ ਬਿਮਾਰੀ ਇੰਪਰੂਵ ਹੋ ਜਾਂਦੀ ਹੈ, ਬਟ ਦਵਾਈਆਂ ਫਿਰ ਵੀ ਲੈਣੀਆਂ ਪੈਂਦੀਆਂ। ਡੀਪ ਬ੍ਰੇਨ ਸਟੀਮੂਲੇਸ਼ਨ ਦੀ ਵੀ ਪ੍ਰੋਬਲਮ ਉਹੀ ਹੈ, ਇੱਕ ਤਾਂ ਜਿਹੜਾ ਇਹ ਹੈਗਾ ਕੋਸਟਲੀ ਪ੍ਰੋਸੀਜਰ ਹੈ ਕਾਫੀ, ਇਹਦੀ ਜਿਹੜੀ ਕੀਮਤ ਹੈ ਅਰਾਊਂਡ 10 ਲੱਖ ਦੇ ਆਸ-ਪਾਸ ਪੈਂਦੀ ਹੈ, ਅਤੇ ਦੂਸਰਾ ਇਹ ਸਿਰਫ ਅਜੇ ਮੈਟਰੋਪੋਲੀਟਨ ਸਿਟੀ ਦੇ ਵਿੱਚ ਹੀ ਜਿਹੜਾ ਹੈ ਅਵੇਲੇਬਲ ਹੈ। ਇਹ ਮੇਨ ਬ੍ਰੇਨ ਸਰਜਰੀਜ਼ ਹੈ। ਇਹਨਾਂ 'ਚੋਂ ਫਿਰ ਮੈਂ ਤੁਹਾਨੂੰ ਸਮ ਅਪ ਜੇ ਕਰਾਂ ਉਹੀ ਚੀਜ਼ ਹੈ ਵੀ ਪਹਿਲੀ ਗੱਲ ਤਾਂ ਇਹ ਹੈ ਵੀ ਜੇ ਕੋਈ ਆਪਾਂ ਐਂਡੋਸਕੋਪਿਕ ਸਰਜਰੀ ਕਰ ਰਹੇ ਹਾਂ ਜਾਂ ਸਟੀਰੋਟੈਕਟਿਕ ਸਰਜਰੀ ਕਰ ਰਹੇ ਹਾਂ ਜਾਂ ਡੀਪ ਮਤਲਬ ਪੇਸ਼ੈਂਟ ਨੂੰ ਕੀ ਲੱਗਦਾ ਹੈ ਵੀ ਮੈਂ ਪੈਸੇ ਜ਼ਿਆਦਾ ਲਾ ਲਏ ਅਤੇ ਪੈਸਿਆਂ ਦਾ ਅਤੇ ਰਿਜ਼ਲਟ ਦਾ ਆਪਸ 'ਚ ਕੋਈ ਲੈਣਾ ਦੇਣਾ ਨਹੀਂ ਹੈ। ਬਿਮਾਰੀ ਦੀ ਸਟੇਜ, ਪੇਸ਼ੈਂਟ ਦੀ ਜਿਹੜੀ ਤਾਕਤ ਹੈ, ਉਹ ਚੀਜ਼ਾਂ ਵੀ ਜਿਹੜੀ ਬਿਮਾਰੀ ਦੀ ਆਊਟਕਮ ਹੈ ਉਹ ਡਿਟਰਮਿਨ ਕਰਦੀਆਂ ਹਨ। ਅਤੇ ਆਪਾਂ ਨੂੰ ਮੇਨ ਇਹੀ ਹੈ ਵੀ ਇਹ ਨਹੀਂ ਹੈ ਵੀ ਓਪਨ ਪ੍ਰੋਸੀਜਰ ਖਰਾਬ ਹੈ ਜਾਂ ਐਂਡੋਸਕੋਪਿਕ ਬੈਟਰ ਹੈ ਜਾਂ ਸਟੀਰੋ, ਐਸਾ ਨਹੀਂ ਹੈ। ਹਰ ਪ੍ਰੋਸੀਜਰ ਦਾ ਜਿਹੜਾ ਹੈ
ਆਪਣੇ ਫਾਇਦੇ ਹੈ ਨੁਕਸਾਨ। ਮੈਂ ਕਈ ਵਾਰ ਪੇਸ਼ੈਂਟ ਨੂੰ ਵੀ ਸਮਝਾਉਂਦਾ ਹੁੰਦਾ, ਜਿਵੇਂ ਆਪਾਂ ਮੰਨ ਲਓ ਟਰੈਵਲ ਕਰਨਾ ਹੈ ਤਾਂ ਆਪਾਂ ਬੱਸ ਰਾਹੀਂ ਵੀ ਕਰ ਸਕਦੇ ਹਾਂ, ਕਾਰ ਰਾਹੀਂ ਵੀ ਕਰ ਸਕਦੇ ਹਾਂ, ਟ੍ਰੇਨ ਰਾਹੀਂ ਵੀ ਕਰ ਸਕਦੇ ਹਾਂ, ਜਾਂ ਐਰੋਪਲੇਨ ਰਾਹੀਂ ਵੀ ਕਰ ਸਕਦੇ ਹਾਂ। ਆਪਾਂ ਇਹ ਨਹੀਂ ਕਹਿ ਸਕਦੇ ਵੀ ਆਹ ਬੈਟਰ ਹੈ ਖਰਾਬ ਹੈ। ਹਰ ਚੀਜ਼ ਦਾ ਆਪਣਾ ਆਪਣਾ ਰੋਲ ਹੈ। ਜੇ ਹੁਣ ਮੰਨ ਲਓ ਆਪਾਂ 20 ਕਿਲੋਮੀਟਰ ਟਰੈਵਲ ਕਰਨਾ, ਉੱਥੇ ਆਪਾਂ ਐਰੋਪਲੇਨ ਥੋੜ੍ਹੀ ਯੂਜ਼ ਕਰ ਲਾਂਗੇ, ਅਤੇ ਜੇ ਆਪਾਂ 4000 ਕਿਲੋਮੀਟਰ ਯੂਜ਼ ਕਰਨਾ ਤਾਂ ਉੱਥੇ ਆਪਾਂ ਗੱਡੀ ਅਗਰ ਯੂਜ਼ ਕਰਾਂਗੇ ਵੀ ਤਾਂ ਆਪਾਂ ਨੂੰ ਜਿਹੜੀ ਹੈ ਪ੍ਰੋਬਲਮ ਹੋਏਗੀ। ਤਾਂ ਇਹ ਜਿਹੜੇ ਪ੍ਰੋਸੀਜਰ ਹੈ ਬੇਸਿਕਲੀ ਦੇ ਆਰ ਕੰਪਲੀਮੈਂਟਰੀ ਟੂ ਈਚ ਅਦਰ, ਦੇ ਆਰ ਨਾਟ ਕੰਪੀਟੀਟਰ ਆਫ ਈਚ ਅਦਰ। ਮਤਲਬ ਹਰ ਪ੍ਰੋਸੀਜਰ ਕਹਿ ਲਓ ਉਹਦੀ ਆਪਣੀ ਵੈਲਿਊ ਹੈ, ਕਿਸੇ ਖਾਸ ਕੰਡੀਸ਼ਨ 'ਚੋਂ ਯੂਜ਼ ਹੁੰਦਾ ਹੈ ਅਤੇ ਉਹਦੇ ਆਪਣਾ ਹੀ ਸਕਸੈਸ ਰੇਟ ਹੈ। ਨੋਰਮਲੀ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਜਿਹੜਾ ਨਿਊਰੋਸਰਜੀਕਲ ਪ੍ਰੋਸੀਜਰ ਹੈ, ਬਿਮਾਰੀ ਦੇ ਹਿਸਾਬ ਨਾਲ ਇਹਨਾਂ ਦਾ ਜੋ ਸਕਸੈਸ ਰੇਟ ਹੈ ਉਹ 70 ਤੋਂ 90% ਰਹਿੰਦਾ। ਮਤਲਬ 70 ਤੋਂ 90% ਮਰੀਜ਼ਾਂ ਦੇ ਵਿੱਚ ਆਪਾਂ ਜੋ ਚਾਹੁੰਦੇ ਹਾਂ ਉਹ ਅਚੀਵ ਕਰ ਸਕਦੇ ਹਾਂ, ਔਰ 5 ਤੋਂ 10% ਨੋਰਮਲੀ ਇਹਨਾਂ ਪ੍ਰੋਸੀਜਰ ਦਾ ਕੰਪਲੀਕੇਸ਼ਨ ਰੇਟ ਰਹਿੰਦਾ। ਬਟ ਜਿਹੜਾ ਐਨੂਰਿਜ਼ਮ ਇੱਕ ਐਸਾ ਪ੍ਰੋਸੀਜਰ ਹੈ ਜਿਸ ਕੰਪਲੀਕੇਸ਼ਨ ਰੇਟ ਮੇ ਵੀ ਅਪ ਟੂ 30% ਤੱਕ ਵੀ ਹੋ ਸਕਦਾ ਹੈ। ਕੰਪਲੀਕੇਸ਼ਨ ਰੇਟ ਦਾ ਮਤਲਬ ਹੈ ਕਿ ਆਪਰੇਸ਼ਨ ਤੋਂ ਬਾਅਦ ਇਨਫੈਕਸ਼ਨ ਹੋ ਗਿਆ, ਕੋਈ CSF ਪਾਣੀ ਦਾ ਲੀਕ ਹੋ ਗਿਆ, ਜਾਂ ਪੇਸ਼ੈਂਟ ਦਾ ਕੋਈ ਪਾਸਾ ਖੜ ਗਿਆ, ਜਾਂ ਪੇਸ਼ੈਂਟ ਮੰਨ ਲਓ ਕੋਮਾ ਚਲਾ ਗਿਆ, ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਹੋ ਜਾਂਦੀਆਂ ਹਨ। ਜ਼ਿਆਦਾਤਰ ਕੇਸਿਸ ਦੇ ਵਿੱਚ ਕਿਤੇ ਨਾ ਕਿਤੇ ਡਾਕਟਰ ਜਿਹੜਾ ਹੈ ਪੇਸ਼ੈਂਟ ਨੂੰ ਸਾਰਾ ਸਮਝਾ ਕੇ ਹੀ ਅੱਗੇ ਪ੍ਰੋਸੀਡ ਕਰਦੇ ਹਨ। ਤਾਂ ਇਹਨਾਂ ਪ੍ਰੋਸੀਜਰਾਂ 'ਚ ਆਪਾਂ ਨੂੰ ਉਹੀ ਪੋਲਿਸੀ ਜਿਵੇਂ ਕਹਿੰਦੇ ਆ ਵੀ ਹੋਪ ਫਾਰ ਦੀ ਬੈਸਟ ਐਂਡ ਪ੍ਰੀਪੇਅਰ ਫਾਰ ਦੀ ਵਰਸਟ। ਓਬਵੀਅਸਲੀ ਅਗਰ ਆਪਾਂ ਪੋਜ਼ੀਟਿਵ ਨਹੀਂ ਸੋਚਾਂਗੇ ਤਾਂ ਫਿਰ ਕਿਵੇਂ ਰਿਕਵਰੀ ਹੋਏਗੀ। ਆਪਾਂ ਨੂੰ ਹਮੇਸ਼ਾ ਵਧੀਆ ਤੋਂ ਵਧੀਆ ਸੋਚ ਕੇ ਚੱਲਣਾ ਚਾਹੀਦਾ, ਬਟ ਐਟ ਦੀ ਸੇਮ ਟਾਈਮ ਸਰਜਨ ਨੂੰ ਵੀ ਅਤੇ ਪੇਸ਼ੈਂਟ ਨੂੰ ਵੀ ਵੀ ਸ਼ੁੱਡ ਆਲਸੋ ਪ੍ਰੀਪੇਅਰ ਫਾਰ ਦੀ ਵਰਸਟ। ਅਗਰ ਕੋਈ ਕੰਪਲੀਕੇਸ਼ਨ ਆਉਂਦੀ ਹੈ ਤਾਂ ਉਹਨੂੰ ਆਪਾਂ ਕਿਵੇਂ ਡੀਲ ਕਰਨਾ ਹੈ, ਉਹ ਚੀਜ਼ ਵੀ ਜੋ ਹੈ ਆਪਾਂ ਨੂੰ ਪਤਾ ਹੋਣੀ ਚਾਹੀਦੀ ਹੈ। ਹੁਣ ਜਿਹੜਾ ਆਪਾਂ ਆ ਗਏ ਹਾਂ ਨੈਕਸਟ ਜੋ ਹੈ ਸਪਾਈਨ ਸਰਜਰੀ। ਸਪਾਈਨ ਸਰਜਰੀ ਨੂੰ ਆਪਾਂ ਮੇਨਲੀ ਦੋ ਹਿੱਸਿਆਂ 'ਚ ਡਿਵਾਈਡ ਕਰਦੇ ਹਾਂ। ਸਰਵਾਈਕਲ ਸਪਾਈਨ ਸਰਜਰੀ ਜਿਹੜਾ ਗਰਦਨ ਵਾਲੀ ਸਪਾਈਨ ਹੈ, ਅਤੇ ਡੋਰਸੋਲੰਬਰ ਸਪਾਈਨ ਸਰਜਰੀ ਜਿਹੜੀ ਉਸ ਤੋਂ ਨੀਚੇ ਵਾਲੀ ਸਪਾਈਨ ਹੈ। ਸਰਵਾਈਕਲ ਸਪਾਈਨ ਦੇ ਵਿੱਚ CV ਜੰਕਸ਼ਨ ਸਰਜਰੀ। CV ਜੰਕਸ਼ਨ ਦਾ ਮਤਲਬ ਕੀ ਹੈ ਵੀ ਜਿੱਥੇ ਮਤਲਬ ਸਪਾਈਨ ਅਤੇ ਬ੍ਰੇਨ ਜੁੜਿਆ ਹੋਇਆ। ਇਹ ਜਿਹੜਾ ਬਹੁਤ ਹੀ ਇੰਪੋਰਟੈਂਟ ਹਿੱਸਾ ਹੁੰਦਾ। ਇਹਦੀਆਂ ਜਿਹੜੀਆਂ ਸਰਜਰੀਜ਼ ਹੁੰਦੀਆਂ ਉਹ ਕਾਫੀ ਰਿਸਕੀ ਹੁੰਦੀਆਂ, ਕਿਉਂਕਿ ਜਿਹੜੀਆਂ ਬ੍ਰੇਨ ਨੂੰ ਬਲੱਡ ਦੇਣ ਵਾਲੀਆਂ ਵੈਸਲ ਉਹਦੇ ਆਸ-ਪਾਸ ਹੁੰਦੀਆਂ, ਕਈ ਵਾਰ ਉਹਨਾਂ ਨੂੰ ਇੰਜਰੀ ਹੋ ਜਾਂਦੀ ਹੈ। ਅਤੇ ਜਿਹੜੀ CV ਜੰਕਸ਼ਨ ਸਰਜਰੀਜ਼ ਹੈ ਇਹ ਜਨਰਲੀ ਐਕਸਪੀਰੀਅੰਸ ਜੋ ਨਿਊਰੋਸਰਜਨ ਔਰ ਹਾਇਰ ਸੈਂਟਰਸ 'ਤੇ ਹੀ ਅਸੀਂ ਕਰਦੇ ਹਾਂ। ਇਸ ਤੋਂ ਬਾਅਦ ਅੱਗੇ ਜਿਹੜੀਆਂ ਸਰਵਾਈਕਲ ਸਪਾਈਨ ਦੀਆਂ ਨੋਰਮਲ ਸਰਜਰੀ, ਉਹ 'ਚ ACDF ਹੈ ਜਿਹਨੂੰ ਕਹਿੰਦੇ ਆ ਐਂਟੀਰੀਅਰ ਸਰਵਾਈਕਲ ਡਿਸਕੋਇਡੈਕਟਮੀ ਵਿਦ ਫਿਊਜ਼ਨ। ਮਤਲਬ ਅਸੀਂ ਅੱਗੇ ਤੋਂ ਚੀਰਾ ਦਿੰਦੇ ਹਾਂ, ਚੀਰਾ ਦੇ ਕੇ ਜਿਹੜੀ ਡਿਸਕ ਪ੍ਰੋਬਲਮ ਕਰ ਰਹੀ ਹੁੰਦੀ ਉਹਨੂੰ ਕੱਢ ਦਿੰਦੇ ਹਾਂ ਅਤੇ ਉਹਦੀ ਜਗ੍ਹਾ 'ਤੇ ਇੰਪਲਾਂਟ ਪਾ ਦਿੰਦੇ ਹਾਂ। ਇਹ ਚੀਜ਼ ਅਸੀਂ ਓਪਨ ਮਤਲਬ ਛੋਟਾ ਚੀਰਾ ਦੇ ਕੇ ਮਾਈਕਰੋਸਕੋਪ ਦੀ ਹੈਲਪ ਨਾਲ ਵੀ ਕਰ ਸਕਦੇ ਹਾਂ, ਜਿਹੜੀ ਗੋਲਡ ਸਟੈਂਡਰਡ ਹੈ, ਜਾਂ ਐਂਡੋਸਕੋਪ ਦੀ ਹੈਲਪ ਨਾਲ ਵੀ ਕਰ ਸਕਦੇ ਹਾਂ। ਮੇਨ ਇਸ ਸਰਜਰੀ 'ਚ ਕੋਈ ਪ੍ਰੋਬਲਮ ਆਉਂਦੀ ਹੈ ਕਿ ਜਦੋਂ ਅਸੀਂ ਇੱਥੋਂ ਜਾਂਦੇ ਹਾਂ ਤਾਂ ਇੱਧਰ ਸਾਹ ਵਾਲੀ ਨਾਲੀ 'ਤੇ ਜਿਹੜਾ ਖਾਣਾ ਖਾਣ ਵਾਲੀ ਨਾਲੀ ਪਈ ਹੈ, ਅਤੇ ਇੱਧਰ ਜਿਹੜੀ ਬ੍ਰੇਨ ਨੂੰ ਸਪਲਾਈ ਕਰਨ ਵਾਲੀ ਜਿਹੜੀ ਵੈਸਲ ਹੈ ਕੈਰੋਟਿਡ ਪਈ ਹੈ। ਤਾਂ ਕਈ ਕੇਸਿਸ ਦੇ ਵਿੱਚ ਇਹ ਕੈਰੋਟਿਡ ਜਾਂ ਇਸੋਫੇਜ਼ਲ ਜਾਂ ਜੋ ਹੈ ਟ੍ਰੇਕੀਅਲ ਇੰਜਰੀ ਹੋ ਜਾਂਦੀ ਹੈ। ਇੰਜਰੀ ਦੇ ਚਾਂਸਸ ਓਪਨ ਸਰਜਰੀ 'ਚ ਘੱਟ ਹੁੰਦੇ ਆ, ਕਿਉਂਕਿ ਅਸੀਂ ਦੇਖ ਕੇ ਜਾਂਦੇ ਹਾਂ, ਔਰ ਐਂਡੋਸਕੋਪਿਕ ਸਰਜਰੀ ਥੋੜ੍ਹੇ ਜਿਹੇ ਜ਼ਿਆਦਾ ਹੁੰਦੇ ਹੈ। ਅਤੇ ਇਸ ਕਰਕੇ ਇਹ ਜੋ ਸਰਜਰੀ ਦੀ ਚੋਇਸ ਦੇਣ ਟਾਈਮ ਵੀ ਤੁਹਾਨੂੰ ਧਿਆਨ ਰੱਖਣਾ ਪੈਂਦਾ। ਨੈਕਸਟ ਇਜ਼ ਕਾਰਪੈਕਟਮੀ ਵਿਦ ਫਿਕਸੇਸ਼ਨ। ਕਈ ਵਾਰ ਕੀ ਹੁੰਦਾ ਕਿ ਜਿਹੜੀ ਗਰਦਨ ਦੇ ਮਣਕੇ ਦੀਆਂ ਹੱਡੀਆਂ ਦੀ ਚੁੰਝਾਂ ਨਿਕਲ ਜਾਂਦੀਆਂ ਅਤੇ ਉਹ ਨਾੜ ਨੂੰ ਪ੍ਰੈਸ ਕਰ ਦਿੰਦੀਆਂ। ਉਸ ਕੇਸ 'ਚ ਫਿਰ ਸਾਨੂੰ ਉਹ ਮਣਕੇ ਦਾ ਕੁਝ ਪੋਰਸ਼ਨ ਅਤੇ ਚੁੰਝਾਂ ਹਟਾਉਣੀਆਂ ਪੈਂਦੀਆਂ ਨੇ, ਅਤੇ ਉੱਪਰ ਅਤੇ ਨੀਚੇ ਵਾਲੀ ਡਿਸਕ ਹਟਾਉਣੀ ਪੈਂਦੀ ਹੈ, ਅਤੇ ਉੱਥੇ ਇੰਪਲਾਂਟ ਲਾਉਣਾ ਪੈਂਦਾ। ਉਸ ਜਿਹੜੀ ਆਪਰੇਸ਼ਨ ਤੋਂ ਬਾਅਦ ਫਿਰ ਪੇਸ਼ੈਂਟ ਦਾ ਚੱਲਣਾ ਫਿਰਨਾ ਬੈਟਰ ਹੋ ਜਾਂਦਾ। ਅਤੇ ਤੀਸਰਾ ਹੈ ਜੋ ਸਾਡਾ ਲੈਮੀਨੈਕਟਮੀ ਐਂਡ ਲੇਟਰਲ ਮਕਸਾਦ। ਜੇ ਪੂਰੀ ਦੀ ਪੂਰੀ ਸਰਵਾਈਕਲ ਸਪਾਈਨ ਖਰਾਬ ਹੋ ਗਈ ਤਾਂ ਆਪਾਂ ਅੱਗੇ ਉਹ ਸਾਰੇ ਮਣਕੇ ਤਾਂ ਨਹੀਂ ਕੱਢ ਸਕਦੇ, ਫਿਰ ਆਪਾਂ ਪਿੱਛੋਂ ਜਿਹੜੀ ਹੱਡੀਆਂ ਹੁੰਦੀਆਂ ਉਹਨਾਂ ਨੂੰ ਕੱਢ ਕੇ ਉਹਦੀ ਜਗ੍ਹਾ 'ਤੇ ਇੰਪਲਾਂਟ ਪਾ ਦਿੰਦੇ ਹਾਂ। ਅਤੇ ਚੌਥਾ ਜਿਵੇਂ ਤੁਹਾਨੂੰ ਦੱਸਿਆ ਐਂਡੋਸਕੋਪਿਕ ਪ੍ਰੋਸੀਜਰ। ਬਲਾਈਂਡ ਪ੍ਰੋਸੀਜਰ ਵੀ ਆਪਾਂ ਕਰ ਸਕਦੇ ਹਾਂ, ਖਾਸ ਕਰਕੇ ਅੱਗੋਂ, ਬਟ ਉਹ ਵੀ ਜੇ ਆਪਾਂ ਕਹੀਏ ਵੀ 100% ਸਕਸੈਸਫੁਲ ਹੈ, ਵੈਸੀ ਗੱਲ ਨਹੀਂ ਹੈਗੀ। ਸਰਵਾਈਕਲ ਸਪਾਈਨ ਸਰਜਰੀ ਦੀ ਜਿਹੜੀ ਕਿਉਂ ਕਰਦੇ ਹਾਂ, ਜ਼ਿਆਦਾਤਰ ਕੇਸਿਸ ਦੇ ਵਿੱਚ ਜਿਹੜਾ ਗਰਦਨ ਦਾ ਦਰਦ ਜਦੋਂ ਬਹੁਤ ਜ਼ਿਆਦਾ ਬਾਂਹ 'ਚ ਜਾ ਰਿਹਾ ਹੁੰਦਾ ਜਾਂ ਗ੍ਰਿਪ ਕਮਜ਼ੋਰ ਹੋ ਜਾਂਦੀ ਹੈ, ਉਦੋਂ ਆਪਾਂ ਕਰਦੇ ਹਾਂ, ਜਾਂ ਫਿਰ ਜਦੋਂ ਇਹ ਮੇਨ ਨਾੜ ਨੂੰ ਪ੍ਰੈਸ ਕਰ ਦਿੰਦਾ ਹੈ ਅਤੇ ਮਰੀਜ਼ ਦੇ ਚੱਲਣ ਫਿਰਨ ਦੇ ਵਿੱਚ ਦਿੱਕਤ ਹੋ ਜਾਂਦੀ ਹੈ, ਉਦੋਂ ਆਪਾਂ ਕਰਦੇ ਹਾਂ। ਜਿੱਥੇ ਤੱਕ ਰਿਜ਼ਲਟਸ ਦੀ ਸਵਾਲ ਹੈ, ਜੋ ਸਪਾਈਨ ਸਰਜਰੀ ਦੇ ਜੋ ਰਿਜ਼ਲਟ ਹੈ ਉਹ ਕਹਿ ਲਓ 80 ਤੋਂ 90% ਤੱਕ ਹੁੰਦੇ, ਮਤਲਬ 80 ਤੋਂ 90% ਮਰੀਜ਼ ਠੀਕ ਹੋ ਜਾਂਦੇ ਆ। ਬਟ ਰਿਜ਼ਲਟ ਬਹੁਤ ਸਾਰੇ ਫੈਕਟਰ 'ਤੇ ਵੇਰੀ ਕਰਦੇ ਹੈ, ਵੀ ਜਿਵੇਂ ਜਿਹੜਾ ਮਰੀਜ਼ ਥੋੜ੍ਹਾ ਬਿਮਾਰੀ ਦੇ ਸ਼ੁਰੂਆਤ 'ਚ ਆਪਰੇਸ਼ਨ ਕਰਾਉਂਦਾ ਉਹਦੇ ਰਿਜ਼ਲਟ ਬੈਟਰ ਹੈ, ਜਿਹੜਾ ਲੇਟ ਕਰਾਉਂਦਾ ਉਹਦੇ ਰਿਜ਼ਲਟ ਘੱਟ ਹੈ, ਜਾਂ ਜਿਹੜਾ ਮਤਲਬ ਮਰੀਜ਼ ਜਿਵੇਂ ਨੋਰਮਲ ਪੇਸ਼ੈਂਟ ਜੋ 5 ਕਿਲੋਮੀਟਰ ਚੱਲਦਾ ਹੈ ਅਤੇ 1 ਕਿਲੋਮੀਟਰ ਜਦੋਂ ਉਹ ਨਾ ਚੱਲ ਪਾਏ ਤਾਂ ਉਦੋਂ ਨੋਰਮਲੀ ਅਸੀਂ ਸਰਜਰੀ ਦੀ ਸਲਾਹ ਦਿੰਦੇ ਹਾਂ। ਜੇ ਕੋਈ ਮਰੀਜ਼ 1 ਕਿਲੋਮੀਟਰ ਜਾਂ 500 ਮੀਟਰ ਚੱਲਦਾ ਸਰਜਰੀ ਕਰਾਉਂਦਾ ਤਾਂ ਉਹ 'ਚ ਰਿਜ਼ਲਟ ਬੈਟਰ ਹੈ। ਬਟ ਜੇ ਹੁਣ ਕਈ ਮਰੀਜ਼ ਜਿਵੇਂ ਕਹਿੰਦੇ ਜੀ 8 ਮਹੀਨੇ ਤੋਂ ਬਿਸਤਰੇ 'ਤੇ ਪਿਆ, ਓਬਵੀਅਸਲੀ ਗੱਲ ਹੈ ਉਹਦਾ ਰਿਕਵਰੀ ਟਾਈਮ ਵੀ ਜ਼ਿਆਦਾ ਹੋਏਗਾ ਅਤੇ ਉਹਦੇ ਰਿਜ਼ਲਟ ਵੀ ਖਰਾਬ ਹੋਣਗੇ। ਨੋਰਮਲੀ ਜੋ ਸਾਡਾ ਇੰਡੀਕੇਸ਼ਨ ਹੈ ਵੀ ਜਦੋਂ ਤੁਹਾਡੀ ਗ੍ਰਿਪ ਕਮਜ਼ੋਰ ਹੋ ਗਈ, ਮਤਲਬ ਚੀਜ਼ਾਂ ਚੱਕਣ 'ਚ ਤੁਹਾਨੂੰ ਗਿਰਦੀਆਂ ਨੇ, ਜਾਂ ਤੁਹਾਡੇ ਤੋਂ ਘੱਟੋ ਘੱਟ 500 ਮੀਟਰ ਜਾਂ 1 ਕਿਲੋਮੀਟਰ ਵੀ ਨਹੀਂ ਤੁਰਿਆ ਜਾਂਦਾ, ਤਾਂ ਉਹ ਸਹੀ ਸਟੇਜ ਹੁੰਦੀ ਹੈ ਓਪੀਨੀਅਨ ਲੈਣ ਦੀ। ਨਾ ਕਿ ਜਦੋਂ ਤੁਸੀਂ ਬਿਲਕੁਲ ਬਿਸਤਰੇ 'ਤੇ ਆ ਜਾਓ, ਜਾਂ ਬਿਸਤਰੇ 'ਤੇ ਪਏ ਬਾਬੇ ਨੂੰ 6 ਮਹੀਨੇ ਹੋ ਗਏ ਫਿਰ ਕਹਿੰਦੇ ਆ ਜੀ ਸਰਜਰੀ ਕਰੋ।
ਉਸ ਕੇਸ 'ਚ ਅਸੀਂ ਆਪਣਾ ਉਹੀ ਕੰਮ ਕਰਦੇ ਹਾਂ, ਬਟ ਕਿਉਂਕਿ ਬਿਮਾਰੀ ਦੀ ਜਿਹੜੀ ਸਟੇਜ ਆ ਉਹ ਲੇਟ ਹੋ ਗਈ ਹੁੰਦੀ ਹੈ ਤਾਂ ਰਿਕਵਰੀ ਸਲੋ ਹੁੰਦੀ ਹੈ, ਅਤੇ ਰਿਕਵਰੀ ਉਨੀ ਬੈਟਰ ਨਹੀਂ ਵੀ ਹੁੰਦੀ ਜਿੰਨੀ ਬੈਟਰ ਜੋ ਹੈ ਆਪਾਂ ਉਮੀਦ ਕਰਦੇ ਹਾਂ। ਹੁਣ ਜਿਹੜੀ ਗੱਲ ਆ ਗਈ ਡੋਰਸੋ ਲੰਬਰ ਸਪਾਈਨ, ਮਤਲਬ ਜਿਹੜੀ ਨੀਚੇ ਵਾਲੀ ਸਪਾਈਨ ਹੈ, ਇਹਦੇ ਵਿੱਚ ਅਸੀਂ ਕੀ ਸਰਜਰੀਆਂ ਕਰਦੇ ਹਾਂ। ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਜੋ ਪੇਸ਼ੈਂਟ ਨੂੰ ਆਉਂਦੀ ਹੈ ਉਹ ਆਉਂਦੀ ਹੈ ਬੈਕ ਪੇਨ, ਜਿਹੜਾ ਲੈਗ ਨੂੰ ਜਾਂਦਾ। ਉਹ 'ਚ ਫਿਰ ਅਸੀਂ MRI ਕਰਾ ਕੇ ਦੇਖਦੇ ਹਾਂ, ਅਗਰ ਡਿਸਕ ਸਿਰਫ ਖਰਾਬ ਹੈ ਜਾਂ ਮਾੜੀ ਮੋਟੀ ਹਿੱਲੀ ਹੈ ਤਾਂ ਉਸ ਕੇਸ 'ਚ ਅਸੀਂ ਦਵਾਈਆਂ ਨਾਲ ਜਾਂ ਕਹਿ ਲਓ ਇੰਜੈਕਸ਼ਨਸ ਲਗਾਉਂਦੇ ਹਾਂ, ਜਿਹਨੂੰ ਅਸੀਂ ਪੇਨ ਪ੍ਰੋਸੀਜਰ ਕਹਿੰਦੇ ਹਾਂ। ਮਸ਼ੀਨ ਨਾਲ ਦੇਖ ਕੇ ਜਿੱਥੇ ਡਿਸਕ ਖਰਾਬ ਹੈ ਉੱਥੇ ਇੰਜੈਕਸ਼ਨ ਲਗਾਉਂਦੇ ਹਾਂ, ਉਹਦੇ ਨਾਲ ਪੇਸ਼ੈਂਟ ਠੀਕ ਹੋ ਜਾਂਦਾ। ਜਿਹੜੇ ਪੇਨ ਪ੍ਰੋਸੀਜਰ ਹੁੰਦੇ ਆ ਇਹ ਡੇ ਕੇਅਰ ਪ੍ਰੋਸੀਜਰ ਹੈ, ਕੁਛ ਨਹੀਂ, ਸਵੇਰੇ ਪੇਸ਼ੈਂਟ ਆਉਂਦਾ ਇੰਜੈਕਸ਼ਨ ਲਗਾ ਕੇ, ਸ਼ਾਮ ਨੂੰ ਜਾਂਦਾ, ਅਤੇ 60 ਤੋਂ 70% ਕੇਸਿਸ ਦੇ ਵਿੱਚ ਇਹਨਾਂ ਦੇ ਰਿਜ਼ਲਟ ਬਹੁਤ ਵਧੀਆ ਹੈਗੇ ਹੈ, ਅਤੇ ਪੇਸ਼ੈਂਟ ਨੂੰ ਜਲਦੀ ਸਰਜਰੀ ਦੀ ਲੋੜ ਨਹੀਂ ਪੈਂਦੀ। ਬਟ ਪੇਨ ਪ੍ਰੋਸੀਜਰ ਦੀ ਵੀ ਕੋਈ ਲਿਮਿਟੇਸ਼ਨ ਹੈ ਕਿ ਕਈ ਵਾਰ ਇਹ ਸਾਨੂੰ ਰਿਪੀਟ ਕਰਨਾ ਪੈ ਜਾਂਦਾ ਹੈ। ਅਤੇ ਉਸ ਤੋਂ ਬਾਅਦ ਜਿਹੜੀ ਆ ਗਈ ਨੈਕਸਟ ਸਰਜਰੀ ਆ ਗਈ, ਜਿਹੜੀ ਅੱਜ ਕੱਲ੍ਹ ਬੜੀ ਮਾਰਕੀਟਿੰਗ ਕਰਦੇ ਆ, ਸਟਿਚਲੈਸ ਸਪਾਈਨ ਸਰਜਰੀ। ਸਟਿਚਲੈਸ ਸਪਾਈਨ ਸਰਜਰੀ ਕੀ ਹੁੰਦੀ ਹੈ ਕਿ ਸਪਾਈਨ ਤੋਂ ਪਰਾਂ ਇੱਥੇ ਇੱਕ ਚੀਰਾ ਦਿੰਦੇ ਹਾਂ, ਅਤੇ ਸਪਾਈਨ ਨੂੰ ਲੇਟਰਲੀ ਅਸੀਂ ਜਿਹੜਾ ਡਿਸਕ ਨੂੰ ਅਪਰੋਚ ਕਰਦੇ ਹਾਂ ਅਤੇ ਸਰਜਰੀ ਕਰਦੇ ਹਾਂ। ਸਟਿਚਲੈਸ ਸਪਾਈਨ ਸਰਜਰੀ ਓਬਵੀਅਸਲੀ ਹਰ ਸਪਾਈਨ ਸਰਜਨ ਦਾ ਅਤੇ ਕਹਿ ਲਓ ਹਰ ਜਿਹੜਾ ਹੈਗਾ ਪੇਸ਼ੈਂਟ ਦਾ ਇੱਕ ਡਰੀਮ ਹੈ, ਬਟ ਪ੍ਰੋਬਲਮ ਇੱਕੋ ਹੀ ਹੈ ਕਿ ਇੱਕ ਤਾਂ ਸਟਿਚਲੈਸ ਸਪਾਈਨ ਸਰਜਰੀ ਦੇ ਰਿਜ਼ਲਟ ਜੇ ਉਨੇ ਬਿਹਤਰ ਨਹੀਂ ਹੈਗੇ ਜਿੰਨੇ ਬੈਟਰ ਜਿਹੜੀ ਸਟੈਂਡਰਡ ਮੈਂ ਨੈਕਸਟ ਤੁਹਾਨੂੰ ਦੱਸਾਂਗਾ ਜੋ ਅਸੀਂ ਮਾਈਕਰੋ ਡਿਸਕਟੈਕਟਮੀ ਕਰਦੇ ਹਾਂ। ਔਰ ਸੈਕਿੰਡ ਹੈ ਕਿ ਇਹਦੀ ਇੰਡੀਕੇਸ਼ਨ ਬੜੀ ਲਿਮਿਟਡ ਹੈ। ਸਿਰਫ ਜੇ ਡਿਸਕ ਖਰਾਬ ਹੈ ਜਾਂ ਥੋੜ੍ਹੀ ਜਿਹੀ ਹਿੱਲੀ ਹੈ ਉਸ ਕੇਸ 'ਚ ਹੀ ਕਰਦੇ ਹਾਂ। ਜੇ ਡਿਸਕ ਬਹੁਤ ਜ਼ਿਆਦਾ ਹਿੱਲੀ ਹੈ ਫਿਰ ਉਸ ਕੇਸ 'ਚ ਸਕਸੈਸਫੁਲ ਨਹੀਂ ਹੁੰਦੀ। ਜਿਵੇਂ ਤੁਹਾਨੂੰ ਪਹਿਲੇ ਦੱਸਿਆ, ਜਿਹੜੀ ਹਲਕੀ ਜਿਹੀ ਡਿਸਕ ਖਰਾਬ ਹੈ ਜਾਂ ਮਾੜੀ ਜਿਹੀ ਹਿੱਲੀ ਹੈ ਉਸ ਕੇਸ ਪੇਨ ਪ੍ਰੋਸੀਜਰ ਹੀ ਹੈਲਪਫੁਲ ਹੋ ਜਾਂਦਾ, ਤਾਂ ਫਿਰ ਵੀ ਇਹਦਾ ਥੋੜ੍ਹਾ ਜਿਹਾ ਦੂਸਰਾ ਇਹਦੀ ਜਿਵੇਂ ਉਹੀ ਗੱਲ ਹੈ ਵੀ ਕੋਸਟ ਇਹਦੀ ਲਗਭਗ ਓਪਨ ਪ੍ਰੋਸੀਜਰ ਤੋਂ ਡਬਲ ਹੁੰਦੀ ਹੈ, ਤਾਂ ਉਹ ਵੀ ਇੱਕ ਕਿਤੇ ਨਾ ਕਿਤੇ ਪੇਸ਼ੈਂਟ ਬਹੁਤ ਸਾਰੇ ਸਾਡੇ ਕੋਲ ਆਉਂਦੇ ਆ ਜੀ, ਇੰਨੇ ਪੈਸੇ ਲਾਤੇ, ਫਲਾਣੇ ਡਾਕਟਰ ਤੋਂ ਸਰਜਰੀ ਕਰਾਈ ਸੀ, ਠੀਕ ਨਹੀਂ ਹੋਇਆ, ਤਾਂ ਪੇਸ਼ੈਂਟ ਨੂੰ ਲੱਗਦਾ ਸ਼ਾਇਦ ਪੈਸੇ ਜ਼ਿਆਦਾ ਕਰਾਉਣ ਨਾਲ ਉਹ ਸਕਸੈਸ ਰੇਟ ਵਧਾ ਰਿਹਾ, ਬਟ ਐਸਾ ਨਹੀਂ ਹੁੰਦਾ। ਹਰ ਪ੍ਰੋਸੀਜਰ ਦੀ ਇੱਕ ਪਾਰਟੀਕੂਲਰ ਇੰਡੀਕੇਸ਼ਨ ਜਾਂ ਕਾਉਂਟਰ ਇੰਡੀਕੇਸ਼ਨ ਹੁੰਦੀ। ਹਾਂ, ਅਗਰ ਕਿਸੇ ਪੇਸ਼ੈਂਟ ਦੀ ਹਲਕੀ ਫੁਲਕੀ ਡਿਸਕ ਖਰਾਬ ਹੈ ਜਾਂ ਥੋੜ੍ਹੀ ਜਿਹੀ ਹਿੱਲੀ ਹੈ ਅਤੇ ਪੇਨ ਪ੍ਰੋਸੀਜਰ ਨਹੀਂ ਠੀਕ ਹੋ ਰਿਹਾ, ਉਸ ਕੇਸ 'ਚ ਆਪਾਂ ਸਟਿਚਲੈਸ ਡਿਸਕ ਸਰਜਰੀ ਕਰ ਸਕਦੇ ਹਾਂ, ਬਟ ਸਾਨੂੰ ਸਟਿਲ ਇਹ ਰਿਮੈਂਬਰ ਕਰਨਾ ਚਾਹੀਦਾ ਕਿ ਇਸ ਵੀ ਫੇਲੂਅਰ ਹੋ ਸਕਦਾ ਹੈ। ਨੈਕਸਟ ਇਜ਼ ਐਂਡੋਸਕੋਪਿਕ ਜਾਂ ਮਾਈਕਰੋਸਕੋਪਿਕ ਡਿਸਕਟੈਕਟਮੀ, ਜੋ ਸਟੈਂਡਰਡ ਹੈ। ਜਿਹੜੇ ਮਰੀਜ਼ ਦੀ ਸਿਰਫ ਕੱਲੀ ਡਿਸਕ ਹਿੱਲੀ ਹੈ, ਬਾਕੀ ਸਪਾਈਨ ਨਾਰਮਲ ਪਈ ਹੈ, ਨਾਰਮਲੀ ਇਹ ਪੇਸ਼ੈਂਟ 35-40 ਸਾਲ ਦੀ ਉਮਰ ਦੇ ਹੁੰਦੇ, ਇਹ 'ਚ ਕੀ ਅਸੀਂ ਕਰਦੇ ਹਾਂ, ਇੱਕ ਛੋਟਾ ਜਿਹਾ ਚੀਰਾ ਦੇ ਕੇ 1 ਇੰਚ ਦਾ, ਨਾਰਮਲੀ ਮਾਈਕਰੋਸਕੋਪ ਦੀ ਹੈਲਪ ਨਾਲ, ਪਰ ਕੁਝ ਲੋਕ ਐਂਡੋਸਕੋਪ ਦੀ ਹੈਲਪ ਨਾਲ ਵੀ ਅਸੀਂ ਜਿਹੜਾ ਹੈ ਜਿਹੜਾ ਲੈਮੀਨਾ ਹੈ ਉਹ ਛੋਟਾ ਜਿਹਾ ਛੇਦ ਕਰਕੇ ਜਿਹੜਾ ਅਸੀਂ ਡਿਸਕ ਦਾ ਹਿੱਲਿਆ ਫਰੈਗਮੈਂਟ ਕੱਢ ਦਿੰਦੇ ਹਾਂ, ਅਤੇ ਉਹਦੇ ਨਾਲ ਪੇਸ਼ੈਂਟ ਨੂੰ ਰਿਲੀਫ ਮਿਲ ਜਾਂਦਾ। ਇੱਕ ਜਿਹੜੀ ਆਈ ਹੈ ਫੋਰਾਮਿਨਲ ਜੋ ਹੈ ਟਰਾਂਸਫੋਰਾਮਿਨਲ ਐਂਡੋਸਕੋਪਿਕ ਸਰਜਰੀ, ਇਹ 'ਚ ਸਾਈਡ ਤੋਂ ਜਾਂਦੇ ਹੈਗੇ ਆ ਛੋਟਾ ਜਿਹਾ ਚੀਰਾ ਦੇ ਕੇ, ਅਤੇ ਬਟ ਇਹਦੀ ਪ੍ਰੋਬਲਮ ਉਹੀ ਹੈ ਵੀ ਇਹ ਲੇਟਰਲੀ ਬਾਹਰਲਾ ਪਾਸਾ ਤਾਂ ਇਹ ਡੀਕੰਪਰੈਸ ਕਰ ਦਿੰਦੀ ਹੈ, ਬਟ ਅੰਦਰਲਾ ਪਾਸਾ ਕਿਤੇ ਨਾ ਕਿਤੇ ਡੀਕੰਪਰੈਸ ਨਹੀਂ ਕਰ ਪਾਉਂਦੀ। ਅਤੇ ਦੂਸਰਾ ਹੈ ਇਹ ਜਿਹੜਾ ਹੈ ਜੋ ਨਰਵ ਇੰਜਰੀ ਦਾ ਚਾਂਸਿਸ ਵੀ ਕਾਫੀ ਜ਼ਿਆਦਾ ਹੁੰਦਾ ਹੈ। ਇਹ ਟੈਕਨੀਕ ਅਵੇਲੇਬਲ ਜ਼ਰੂਰ ਹੈ, ਬਟ ਬਹੁਤ ਜ਼ਿਆਦਾ ਇਹਦੀ ਅਸੈਪਟੈਂਸ ਨਹੀਂ ਹੋਈ, ਕਿਉਂਕਿ ਕहीं ਨਾ ਕहीं ਕੋਸਟ ਜ਼ਿਆਦਾ ਹੈ, ਰਿਜ਼ਲਟ ਉਹਨੇ ਵਧੀਆ ਨਹੀਂ ਆਉਂਦੇ, ਅਤੇ ਇੰਜਰੀ ਦੇ ਚਾਂਸਿਸ ਵੀ ਜ਼ਿਆਦਾ ਹੋ ਜਾਂਦੇ ਹਨ। ਉਸ ਤੋਂ ਬਾਅਦ ਆ ਗਿਆ ਡੀਕੰਪਰੈਸ਼ਨ ਐਂਡ ਪੈਡੀਕਲ ਸਕਰੂ ਫਿਕਸੇਸ਼ਨ। ਖਾਸ ਕਰਕੇ ਓਲਡ ਏਜ ਦੇ ਵਿੱਚ ਕੀ ਹੁੰਦਾ ਹੈ, ਮਰੀਜ਼ ਦੇ ਜਿਹੜਾ ਮਣਕਿਆਂ ਦੀਆਂ ਹੱਡੀਆਂ ਵੀ ਵੱਧ ਜਾਂਦੀਆਂ ਹਨ, ਡਿਸਕ ਵੀ ਖਰਾਬ ਹੋ ਜਾਂਦੀ ਹੈ, ਮਾਸ ਵੀ ਵੱਧ ਜਾਂਦਾ ਹੈ, ਮਤਲਬ ਕਹਿ ਲਓ ਇੱਕ ਤਰ੍ਹਾਂ ਨਾਲ ਪੂਰੀ ਸਪਾਈਨ ਖਰਾਬ ਹੋ ਜਾਂਦੀ ਹੈ। ਉਹ ਫਿਰ ਨਾੜਾਂ ਨੂੰ ਪ੍ਰੈਸ ਕਰਦੀ ਹੈ, ਅਤੇ ਮਰੀਜ਼ ਨੂੰ ਕੀ ਲੱਗਦਾ ਵੀ 10-15 ਮਿੰਟ ਚੱਲ ਕੇ ਉਹਨੂੰ ਲੱਗਦਾ ਲੱਤਾਂ ਭਾਰੀਆਂ ਹੋ ਗਈਆਂ, ਲੱਤਾਂ ਝੂਠੀਆਂ ਪੈ ਗਈਆਂ, ਚੱਲਿਆ ਨਹੀਂ ਜਾਂਦਾ। ਉਸ ਕੇਸਿਸ ਦੇ ਵਿੱਚ ਫਿਰ ਅਸੀਂ ਕੀ ਕਰਦੇ ਹਾਂ, ਅਸੀਂ ਓਪਨ ਸਪਾਈਨ ਸਰਜਰੀ ਕਰਕੇ ਉਹਦਾ ਜਿਹੜਾ ਵਧਿਆ ਮਾਸ ਹੈ ਉਹ ਵੀ ਹਟਾਉਂਦੇ ਹਾਂ, ਜਿਹੜੀਆਂ ਮਣਕਿਆਂ ਦੀਆਂ ਚੁੰਝਾਂ ਨੇ ਉਹ ਵੀ ਹਟਾਉਂਦੇ ਹਾਂ, ਜਿਹੜੀ ਡਿਸਕ ਪ੍ਰੈਸ ਕਰ ਰਹੀ ਉਹ ਸਾਰੀਆਂ ਚੀਜ਼ਾਂ ਹਟਾ ਕੇ ਉਹਨੂੰ ਨਾੜਾਂ ਫ੍ਰੀ ਕਰਕੇ ਫਿਰ ਉਹਨੂੰ ਪੈਡੀਕਲ ਸਕਰੂ ਦੇ ਨਾਲ ਅਸੀਂ ਫਿਕਸ ਕਰ ਦਿੰਦੇ ਹਾਂ, ਜਾਂ ਜੇ ਜ਼ਿਆਦਾ ਪ੍ਰੋਬਲਮ ਹੋਵੇ ਤਾਂ ਇਵਨ ਅੱਗੇ ਅਸੀਂ ਕੇਜ ਪਾ ਕੇ ਉਹਨੂੰ ਫਿਊਜ਼ ਵੀ ਕਰ ਦਿੰਦੇ ਹਾਂ। ਇਹ ਪ੍ਰੋਸੀਜਰ ਦੇ ਬਹੁਤ ਅੱਛੇ ਰਿਜ਼ਲਟ ਹੈਗੇ ਆ, ਖਾਸ ਕਰਕੇ ਅਗਰ ਪੇਸ਼ੈਂਟ ਸਾਡੇ ਕੋਲ 100-200 ਮੀਟਰ ਚੱਲਦਾ ਆ ਜਾਂਦਾ ਤਾਂ ਉਸ ਕੇਸ ਦੇ ਵਿੱਚ ਇਹਦੇ ਕਾਫੀ ਵਧੀਆ ਰਿਜ਼ਲਟ ਹੈਗੇ ਆ, ਅਤੇ ਇਹ ਗੋਲਡ ਸਟੈਂਡਰਡ ਪ੍ਰੋਸੀਜਰ ਹੈ। ਕੁਛ ਲੋਕ ਉਹੀ ਹੈ ਵੀ ਮਿਨੀਮਲ ਇਨਵੇਸਿਵ ਟੈਕਨੀਕ ਨਾਲ ਵੀ ਇਹਨੂੰ ਕਰਨ ਦੀ ਕੋਸ਼ਿਸ਼ ਕਰਦੇ ਹੈ, ਬਟ ਉਹ ਅਜੇ ਨਵੀਂ ਟੈਕਨੀਕ ਹੈ, ਉਸ ਦੇ ਵਿੱਚ ਜਿਹੜੇ ਰਿਜ਼ਲਟ ਅਜੇ ਉਹਦਾ ਜਦੋਂ ਡਾਟਾ ਆਏਗਾ ਫਿਰ ਆਪਾਂ ਨੂੰ ਪਤਾ ਲੱਗੇਗਾ। ਇਸ ਤੋਂ ਇਲਾਵਾ ਪਰਕੁਟੇਨੀਅਸ ਸਪਾਈਨ ਫਿਕਸੇਸ਼ਨ ਹੈ, ਇਹ ਵੀ ਅਸੀਂ ਰੂਟੀਨਲੀ ਕਰ ਰਹੇ ਹਾਂ। ਇਹ ਕੀ ਹੁੰਦਾ, ਖਾਸ ਕਰਕੇ ਜਿੱਥੇ ਮਣਕਾ ਕਰੈਕ ਹੋ ਗਿਆ ਜਾਂ ਮਣਕੇ 'ਚ ਥੋੜ੍ਹੀ ਜਿਹੀ ਸੱਟ ਲੱਗੀ ਹੈ, ਬਟ ਅਜੇ ਉਹ ਨਾੜ ਨੂੰ ਪ੍ਰੈਸ ਨਹੀਂ ਕਰ ਰਿਹਾ, ਤਾਂ ਉਹ 'ਚ ਕੀ ਹੁੰਦਾ, ਅਸੀਂ ਛੋਟੇ-ਛੋਟੇ 4 ਚੀਰੇ ਦੇ ਕੇ ਸਕਰਿਊਜ਼ ਐਂਡ ਰੋਡ ਪਾ ਕੇ ਉਹਨੂੰ ਫਿਕਸ ਕਰ ਦਿੰਦੇ ਹਾਂ। ਬਟ ਇਹ 'ਚ ਵੀ ਉਹੀ ਹੈ, ਇਹਦੀਆਂ ਸਰਟਨ ਇੰਡੀਕੇਸ਼ਨ ਹੈ, ਹਰ ਬੰਦੇ 'ਚ ਨਹੀਂ ਕਰ ਸਕਦੇ। ਇਸ ਪ੍ਰੋਸੀਜਰ ਲਈ ਜੋ ਪ੍ਰੀ ਰਿਕੁਇਜ਼ਿਟ ਹੈ ਉਹ ਹੈ ਵੀ ਨਾੜ ਫ੍ਰੀ ਹੋਣੀ ਬਹੁਤ ਜ਼ਰੂਰੀ ਹੈ। ਜੇ ਨਾੜ ਫ੍ਰੀ ਹੈ ਤਾਂ ਹੀ ਆਪਾਂ ਇਹਨੂੰ ਕਰ ਸਕਦੇ ਹਾਂ, ਬਟ ਜਿੱਥੇ ਇੰਡੀਕੇਟਡ ਆ ਉੱਥੇ ਪ੍ਰੋਸੀਜਰ ਕੀਤਾ ਜਾਂਦਾ, ਅਤੇ ਇਹਦੇ ਰਿਜ਼ਲਟ ਕਾਫੀ ਅੱਛੇ ਹਨ। ਹਾਂ, ਕੋਸਟ ਕੰਸਟ੍ਰੇਨ ਥੋੜ੍ਹਾ ਜ਼ਰੂਰ ਹੈ, ਕਿਉਂਕਿ ਜਿਹੜਾ ਪਰਕੁਟੇਨੀਅਸ ਇੰਪਲਾਂਟ ਹੈ ਇਹ ਨਾਰਮਲ ਇੰਪਲਾਂਟ ਨਾਲੋਂ ਮਹਿੰਗਾ ਹੁੰਦਾ ਹੈ। ਇਸ ਤੋਂ ਬਾਅਦ ਆ ਗਿਆ ਵਰਟੀਬਰੋਪਲਾਸਟੀ ਔਰ ਕਾਈਫੋਪਲਾਸਟੀ। ਇਹ ਵੀ ਬਿਨਾਂ ਚੀਰ ਫਾੜ ਵਾਲਾ ਪ੍ਰੋਸੀਜਰ ਹੈ,
ਤੇ ਇਹ ਖਾਸ ਕਰਕੇ ਜਿਵੇਂ 올ਡ ਏਜ 'ਚ ਜਿਵੇਂ ਜਿਨ੍ਹਾਂ ਦੇ ਮਣਕੇ ਬੈਠ ਜਾਂਦੇ ਹਨ, ਮਣਕੇ ਕਰੈਕ ਹੋ ਜਾਂਦੇ ਹਨ, ਉੱਥੇ ਅਸੀਂ ਤੇ ਦਰਦ ਕਰਦੇ ਹਨ, ਉੱਥੇ ਅਸੀਂ ਮਣਕੇ ਦੇ ਵਿੱਚ ਸੀਮੈਂਟ ਭਰ ਦਿੰਦੇ ਹਾਂ। ਜੇ ਮਣਕਾ ਘੱਟ ਬੈਠਾ ਤਾਂ ਵਰਟੀਗੋਪਲਾਸਟੀ ਕਰ ਦਿੰਦੇ ਹਾਂ, ਜੇ ਜ਼ਿਆਦਾ ਬੈਠਾ ਹੈ ਤਾਂ ਕਾਈਫੋਪਲਾਸਟੀ ਕਰ ਦਿੰਦੇ ਹਾਂ। ਇਹ ਵੀ ਲਗਭਗ ਟਾਈਮ ਟੈਸਟਡ ਪ੍ਰੋਸੀਜਰ ਹੈ, ਇਹਨਾਂ ਦੇ ਰਿਜ਼ਲਟ ਬਹੁਤ ਅੱਛੇ ਹੈ। ਬਟ ਓਨਲੀ ਇੰਡੀਕੇਸ਼ਨ ਇਹਨਾਂ ਦੇ ਵੀ ਕੁਛ ਆਪਣੇ ਪ੍ਰੀ ਰਿਕੁਇਜ਼ਿਟ ਹੈ ਵੀ ਮਣਕਾ ਪਿੱਛੋਂ ਨਹੀਂ ਬੈਠਿਆ ਹੋਣਾ ਚਾਹੀਦਾ, ਕਿਉਂਕਿ ਜੇ ਪਿੱਛੋਂ ਮਣਕਾ ਬੈਠਿਆ ਤਾਂ ਫਿਰ ਤੁਸੀਂ ਸੀਮੈਂਟ ਪਾਤਾ ਤਾਂ ਫਿਰ ਉਹ ਸੀਮੈਂਟ ਜਿਹੜਾ ਹੈ ਉਹ ਨਾੜ ਨੂੰ ਟੱਚ ਕਰਕੇ ਨਾੜ ਨੂੰ ਡੈਮੇਜ ਕਰ ਦੇਗਾ। ਬਟ ਜਿੱਥੇ ਇੰਡੀਕੇਟਡ ਹੈ ਉੱਥੇ ਕੀਤੇ ਜਾਂਦੇ ਹਨ, ਜਿੱਥੇ ਇਹ ਇੰਡੀਕੇਟਡ ਨਹੀਂ ਹੈ ਉੱਥੇ ਫਿਰ ਅਸੀਂ ਜੋ ਓਪਨ ਜੋ ਹੈ ਪੈਡੀਕਲ ਸਕਰੂ ਫਿਕਸੇਸ਼ਨ ਹੀ ਕਰਦੇ ਹਾਂ। ਤਾਂ ਇਹ ਕਹਿਣ ਦਾ ਮਤਲਬ ਇਹੀ ਹੈ ਵੀ ਇਹ ਇੱਕ ਤਰ੍ਹਾਂ ਦੇ ਇੱਕ ਸਰਜਨ ਦੇ ਕਹਿ ਲਓ ਇੱਕ ਉਹਦੇ ਕੋਲ ਆਪਸ਼ਨ ਹੈਗੀਆਂ ਨੇ। ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਪ੍ਰੋਸੀਜਰ ਬੈਟਰ ਹੈ ਜਾਂ ਇਹ ਪ੍ਰੋਸੀਜਰ ਖਰਾਬ ਹੈ। ਹਰ ਪ੍ਰੋਸੀਜਰ ਦੀ ਇੰਡੀਕੇਸ਼ਨ ਹੈ, ਜਿੱਥੇ ਜਿਹੜਾ ਪ੍ਰੋਸੀਜਰ ਬਣਦਾ ਹੈ ਉਹ ਪ੍ਰੋਸੀਜਰ ਕਰਨਾ ਚਾਹੀਦਾ। ਅਤੇ ਹਰ ਪ੍ਰੋਸੀਜਰ ਦਾ ਆਪਣਾ ਇੱਕ ਸਕਸੈਸ ਅਤੇ ਫੇਲੂਅਰ ਰੇਟ ਹੈ, ਹਰ ਪ੍ਰੋਸੀਜਰ ਦਾ ਆਪਣਾ ਇੱਕ ਕੰਪਲੀਕੇਸ਼ਨ ਰੇਟ ਹੈ, ਉਹ ਤੁਹਾਨੂੰ ਸਮਝਣਾ ਚਾਹੀਦਾ। ਜਿਵੇਂ ਸਪਾਈਨ ਸਰਜਰੀ ਦੇ ਬਾਰੇ ਲੋਕ ਹਮੇਸ਼ਾ ਕੁਐਸਚਨ ਹੁੰਦਾ ਕਿ ਸਰ ਸਪਾਈਨ ਸਰਜਰੀ ਕਿੰਨੀ ਸਕਸੈਸਫੁਲ ਹੈ। ਤਾਂ ਜੋ ਵੈਸਟਰਨ ਲਿਟਰੇਚਰ ਉਹ ਕਹਿੰਦਾ ਹੈ ਇੱਕ ਅਸੀਂ ਫੇਲਡ ਸਪਾਈਨ ਸਿੰਡਰੋਮ ਕਹਿੰਦੇ ਹਾਂ। ਫੇਲਡ ਸਪਾਈਨ ਸਿੰਡਰੋਮ ਦਾ ਮਤਲਬ ਕੀ ਹੈ ਵੀ ਕਿਸੇ ਬੰਦੇ ਨੂੰ ਦਰਦ ਸੀਗਾ, ਆਪਾਂ ਸਰਜਰੀ ਕੀਤੀ, ਬਟ ਸਰਜਰੀ ਤੋਂ ਬਾਅਦ ਵੀ ਦਰਦ ਜਿਹੜਾ ਹੈ ਰਿਲੀਵ ਨਹੀਂ ਹੋਇਆ ਜਾਂ ਉਹਦੀ ਵਾਕਿੰਗ ਨਹੀਂ ਇੰਪਰੂਵ ਹੋਈ, ਤਾਂ ਉਹਨੂੰ ਅਸੀਂ ਕਹਿ ਦਿੰਦੇ ਹਾਂ ਫੇਲਡ ਸਪਾਈਨ। ਇਹ ਜਿਹੜਾ ਵੈਸਟਰਨ ਲਿਟਰੇਚਰ 'ਚ ਇਹਦਾ ਜਿਹੜਾ ਰੇਟ ਹੈ 15 ਤੋਂ 20% ਹੈ। ਮਤਲਬ ਕੀ ਹੈ ਵੀ ਜੇ 15 ਤੋਂ 20% ਫੇਲ ਹੁੰਦਾ ਤਾਂ ਇਹਦਾ ਮਤਲਬ 80 ਤੋਂ 85% ਸਕਸੈਸਫੁਲ ਹੁੰਦੀ ਹੈ। ਜਿਹੜਾ ਫੇਲੂਅਰ ਰੇਟ ਹੈ ਉਹ ਬਹੁਤ ਸਾਰੇ ਰੀਜ਼ਨ 'ਤੇ ਡਿਪੈਂਡ ਕਰਦਾ ਹੈ। ਪਤਲੇ ਪੇਸ਼ੈਂਟ ਦੇ ਵਿੱਚ ਸਰਜਰੀ ਸਕਸੈਸਫੁਲ ਹੋਣ ਦੇ ਚਾਂਸਸ ਜ਼ਿਆਦਾ ਹਨ, ਮੋਟੇ ਪੇਸ਼ੈਂਟ ਦੇ ਵਿੱਚ ਸਰਜਰੀ ਸਕਸੈਸਫੁਲ ਹੋਣ ਦੇ ਚਾਂਸਸ ਘੱਟ ਜਾਂਦੇ ਹਨ। ਸਿੰਗਲ ਲੈਵਲ ਹੈ ਉਹ 'ਚ ਅਗਰ ਸਿੰਗਲ ਲੈਵਲ ਹੈ ਉੱਥੇ ਸਰਜਰੀ ਸਕਸੈਸਫੁਲ ਹੋਣ ਦੇ ਚਾਂਸਸ ਜ਼ਿਆਦਾ ਹਨ। ਮਲਟੀਪਲ ਲੈਵਲ ਹੈ ਉੱਥੇ ਜਿਹੜੇ ਚਾਂਸਸ ਘੱਟ ਹਨ। ਵਾਕਿੰਗ ਪੇਸ਼ੈਂਟ ਆ ਰਿਹਾ ਹੈ ਉਹ ਸਰਜਰੀ ਸਕਸੈਸਫੁਲ ਹੋਣ ਦੇ ਚਾਂਸਸ ਜ਼ਿਆਦਾ ਹਨ। ਅਤੇ ਜਿਹੜਾ ਬੈੱਡ ਰਿਡਨ ਪੇਸ਼ੈਂਟ ਆ ਰਿਹਾ, ਮੰਨ ਲਓ 6 ਮਹੀਨੇ ਤੋਂ ਬੈੱਡ 'ਤੇ ਪਿਆ ਹੋਇਆ, ਉੱਥੇ ਸਰਜਰੀ ਸਕਸੈਸਫੁਲ ਹੋਣ ਦੇ ਚਾਂਸਸ ਘੱਟ ਹੈਗੇ ਹੈ। ਇਸ ਤੋਂ ਇਲਾਵਾ ਇੱਕ ਪੋਜ਼ੀਟਿਵ ਮੋਟੀਵੇਟਡ ਪੇਸ਼ੈਂਟ ਦੇ ਵਿੱਚ ਸਰਜਰੀ ਸਕਸੈਸਫੁਲ ਹੋਣ ਦੇ ਰੇਟ ਜ਼ਿਆਦਾ ਹੈ। ਇੱਕ ਡਿਪਰੈਸਡ ਅਨਮੋਟੀਵੇਟਡ ਪੇਸ਼ੈਂਟ ਦੇ ਵਿੱਚ ਸਰਜਰੀ ਸਕਸੈਸਫੁਲ ਰੇਟ ਹੋਣ ਦੇ ਚਾਂਸਸ ਘੱਟ ਹੈਗੇ ਹੈ। ਇਸ ਤੋਂ ਇਲਾਵਾ ਐਕਸਪੀਰੀਅੰਸ ਸਰਜਨ ਹੈਗਾ ਹੈ, ਅੱਛਾ ਸੈਂਟਰ ਹੈਗਾ ਜਿੱਥੇ ਸਾਰੀਆਂ ਸਹੂਲਤਾਂ ਅਵੇਲੇਬਲ ਆ, ਉੱਥੇ ਸਰਜਰੀ ਸਕਸੈਸਫੁਲ ਰੇਟ ਹੋਣ ਦੇ ਚਾਂਸ ਜ਼ਿਆਦਾ ਹੈ। ਇੱਕ ਇਨਐਕਸਪੀਰੀਅੰਸ ਸਰਜਨ ਹੈ, ਛੋਟਾ ਸੈਂਟਰ ਹੈ, ਪ੍ਰੋਪਰ ਸਹੂਲਤਾਂ ਨਹੀਂ ਹੈਗੀਆਂ, ਉੱਥੇ ਕਿਤੇ ਨਾ ਕਿਤੇ ਚੀਜ਼ਾਂ ਪ੍ਰੋਪਰ ਵੇ ਨਾਲ ਹੈਂਡਲ ਨਹੀਂ ਹੁੰਦੀਆਂ ਹੈਗੀਆਂ। ਇਸ ਤੋਂ ਇਲਾਵਾ ਰਿਲੇਟਿਵ ਹੈ, ਇੱਕ ਪੇਸ਼ੈਂਟ ਨੂੰ ਬਾਅਦ 'ਚ ਘਰ ਜਾ ਕੇ ਵੀ ਅੱਛੀ ਕੇਅਰ ਮਿਲੇਗੀ, ਉਸ ਪੇਸ਼ੈਂਟ 'ਚ ਸਕਸੈਸ ਦੇ ਚਾਂਸ ਜ਼ਿਆਦਾ ਹੈ। ਜਿੱਥੇ ਘਰ ਜਾ ਕੇ ਪੇਸ਼ੈਂਟ ਨੂੰ ਇੱਕ ਕੋਨੇ 'ਤੇ ਸਿੱਟ ਦੇਣਾ ਹੈ, ਉੱਥੇ ਸਰਜਰੀ ਸਕਸੈਸਫੁਲ ਹੋਣ ਦੇ ਚਾਂਸ ਜ਼ਿਆਦਾ ਹਨ। ਤਾਂ ਮੋਟਾ ਕਹਿਣ ਦਾ ਮਤਲਬ ਇਹੀ ਹੈ ਵੀ ਜਿਹੜੀ ਨਿਊਰੋ ਸਰਜਰੀ ਹੈ, ਇਹ ਜੋ ਨਿਊਰੋ ਸਰਜਰੀ ਔਰ ਕਾਰਡਿਕ ਸਰਜਰੀ ਖਾਸ ਕਰਕੇ ਮੈਂ ਅਗਰ ਦੋ ਇਹਨਾਂ ਬ੍ਰਾਂਚਾਂ ਦੀ, ਔਰ ਇਹਨਾਂ ਦੇ ਵਿੱਚ ਜਿਹੜਾ ਆਪਰੇਸ਼ਨ ਹੈਗੇ ਆ ਉਹ ਥੋੜ੍ਹੇ ਲੰਬੇ ਹੁੰਦੇ ਹਨ, ਆਪਰੇਸ਼ਨ ਕੰਪਲੈਕਸ ਹੈਗੇ ਆ, ਬਟ ਸਟਿਲ ਕਿਉਂਕਿ ਹੁਣ ਨਵੀਆਂ ਟੈਕਨੀਕਸ ਆ ਗਈਆਂ, ਸਕਸੈਸ ਰੇਟ ਵੀ ਕਾਫੀ ਅੱਛਾ ਹੋ ਗਿਆ ਹੈ। ਬਟ ਉਹਦੇ ਨਾਲ ਸਾਨੂੰ ਇਹ ਧਿਆਨ ਰੱਖਣਾ ਪਏਗਾ ਕਿ ਆਪਰੇਸ਼ਨ ਤੋਂ ਪਹਿਲਾਂ ਵੀ ਪੇਸ਼ੈਂਟ ਦੀ ਪ੍ਰੋਪਰ ਇਵੈਲੂਏਸ਼ਨ ਹੋਣੀ ਚਾਹੀਦੀ ਹੈ ਅਤੇ ਆਪਰੇਸ਼ਨ ਤੋਂ ਬਾਅਦ ਵੀ ਪੇਸ਼ੈਂਟ ਦਾ ਪ੍ਰੋਪਰ ਧਿਆਨ ਰੱਖਣਾ ਚਾਹੀਦਾ ਹੈ। ਮੈਂ ਉਮੀਦ ਕਰਦਾ ਹਾਂ ਕਿ ਜੋ ਤੁਹਾਡੇ ਮਨ 'ਚ ਸਵਾਲ ਹੈ ਉਹਨਾਂ ਦੇ ਮੈਂ ਆਨਸਰ ਦੇਣ ਦੀ ਸਕਸੈਸਫੁਲ ਕੋਸ਼ਿਸ਼ ਕੀਤੀ ਹੋਏਗੀ। ਜੇ ਤੁਹਾਨੂੰ ਸਾਡੀ ਇਹ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਇਹਨੂੰ ਲਾਈਕ ਐਂਡ ਸ਼ੇਅਰ ਕਰੋ। ਬਾਕੀ ਜੇ ਕੋਈ ਬੰਦਾ ਮੈਨੂੰ OPD 'ਚ ਮਿਲਣਾ ਚਾਹੁੰਦਾ ਹੈ ਤਾਂ ਮਾਰਨਿੰਗ 9 ਵਜੇ ਤੋਂ 3 ਵਜੇ ਤੱਕ ਮੈਂ ਸੈਕਰਡ ਹਾਰਟ ਹਸਪੀਟਲ ਜਿਹੜਾ ਮਕਸੂਦਾ ਚੌਕ ਦੇ ਕੋਲ ਹੈ, ਕਾਫੀ ਵੱਡਾ ਹਸਪਤਾਲ ਹੈ, ਲਗਭਗ ਜਲੰਧਰ ਤਾਂ ਸਾਰੇ ਲੋਕਾਂ ਨੂੰ ਜਾਣਦੇ ਹੀ ਹੈ, ਉੱਥੇ ਮੈਨੂੰ ਮਿਲ ਸਕਦੇ ਆ। ਅਤੇ ਈਵਨਿੰਗ 5 ਵਜੇ ਤੋਂ 8 ਵਜੇ ਤੱਕ ਜਿਹੜਾ ਮੈਨੇ ਆਪਣਾ ਕਲੀਨਿਕ ਖੋਲ੍ਹਿਆ ਹੈ, ਇਹ ਅਰਬਨ ਸਟੇਟ ਫੇਸ 2 ਦੀ ਮਾਰਕੀਟ ਦੇ ਵਿੱਚ ਜੋ ਹੈ ਅੰਮ੍ਰਿਤਸਰ ਹਵੇਲੀ ਜਾਂ ਜੋ ਹੈ ਪੈਟਰੋਲ ਪੰਪ ਦੇ ਬਿਲਕੁਲ ਕੋਲ ਹੈ, ਉੱਥੇ ਮੈਨੂੰ ਮਿਲ ਸਕਦੇ ਹਨ। ਅਤੇ ਸਾਡੀ ਰਿਕੁਐਸਟ ਇਹੀ ਹੈ ਵੀ ਤੁਸੀਂ ਸਾਰੇ ਆਪਣੀ ਹੈਲਥ ਦਾ ਧਿਆਨ ਰੱਖੋ, ਸਟੇ ਹੈਲਦੀ, ਸਟੇ ਫਿਟ, ਔਰ ਫਿਰ ਵੀ ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਸਾਰੇ ਹੀ ਡਾਕਟਰ ਲਗਭਗ ਵੀ ਆਰ ਆਲਵੇਜ਼ ਇਨ ਯੂਅਰ ਸਰਵਿਸ। ਥੈਂਕ ਯੂ। ਫਿਰ ਆਪਾਂ ਨੈਕਸਟ ਸੈਸ਼ਨ 'ਚ ਫਿਰ ਕਦੇ ਮਿਲਾਂਗੇ। ਥੈਂਕ ਯੂ।